परम ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਹਰ ਸੋਮਵਾਰ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਜੋ ਸਵਾਲ ਆਪ ਜੀ ਭੇਜਦੇ ਹੋ, ਪੈਨਲ ਮੈਂਬਰ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਯਤਨ ਕਰਕੇ ਉਹਨਾਂ ਦੇ ਢੁਕਵੇਂ ਜਵਾਬ ਲੱਭਣ ਦਾ ਯਤਨ ਕਰਦਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਓਟ ਆਸਰਾ ਲੈ ਕੇ ਉਸ ਬਾਣੀ ਨੂੰ ਆਧਾਰ ਬਣਾ ਕੇ ਆਪ ਜੀ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਇਸ ਸਵਾਲ ਜਵਾਬ ਸੈਸ਼ਨ ਦੀ ਸੇਵਾ ਵੀਰ ਜੀ ਰਾਇਆ ਸਿੰਘ ਜੀ ਕਰਨਗੇ। ਬੇਨਤੀ ਕਰ ਰਿਹਾ ਹਾਂ, ਵੀਰ ਜੀ ਰਾਇਆ ਸਿੰਘ ਜੀ ਕਿਰਪਾ ਕਰੋ ਜੀ। ਆਪ ਜੀ ਅੱਜ ਦਾ ਇਹ ਸਵਾਲ ਜਵਾਬ ਸੈਸ਼ਨ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਸਵਾਲ ਜਵਾਬ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਤੋ ਸੰਗਤ ਜੀ, ਅੱਜ ਜਿਤਨੇ 7 ਸਵਾਲ ਨੇ ਸਾਡੇ ਕੋਲ, ਤੇ ਸਾਰੇ ਹੀ ਵੱਖੋ ਵੱਖ ਵਿਸ਼ਿਆਂ ਤੇ ਨੇ। ਤੋ ਮੈਂ ਆਸ ਕਰਦਾ ਕਿ ਤੁਸੀਂ ਉਹ ਬਰਾਬਰ ਆਪਣੀ ਇਨਪੁਟ ਪਾਓਗੇ। ਪੈਨਲ ਮੈਂਬਰਸ ਨੇ ਆਪਸ ਵਿਚਾਰ ਕਰਕੇ ਜੋ ਕੁਝ ਸਾਨੂੰ ਲੱਭ ਸਕਿਆ ਤੁਹਾਡੇ ਸਾਹਮਣੇ ਪੇਸ਼ ਹੈ, ਔਰ ਉਹਦੇ ਵਿੱਚ ਆਪਾਂ ਵਿਚਾਰ ਕਰਾਂਗੇ। ਜਿੱਥੇ ਆਪ ਨੂੰ ਲੱਗੇ ਕੋਈ ਉਹਦੇ 'ਚ ਠੀਕ ਕਰਨ ਦੀ ਗੱਲ, ਆਪ ਸਭ ਨੂੰ ਵੈਲਕਮ ਜ਼ਰੂਰ ਕਰੋ ਜੀ। ਪਰ ਸਭ ਤੋਂ ਪਹਿਲਾਂ, ਸ਼ੁਰੂ ਕਰਨ ਤੋਂ ਪਹਿਲਾਂ ਪੈਨਲ ਮੈਂਬਰ ਆਪ ਨਾਲ ਫਤਿਹ ਸਾਂਝੀ ਕਰਨਗੇ। ਮੈਂ ਬੇਨਤੀ ਕਰ ਰਿਹਾ ਵੀਰ ਕਿੱਕਰ ਸਿੰਘ ਜੀ। ਹਾਂਜੀ ਸਰ ਕਿੱਕਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਤਿਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਮਨਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਸਾਜੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਬੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਕੀ ਜੀ। ਫਤਿਹ। ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਕੀ ਫਤਿਹ। ਭੈਣ ਮਨਿੰਦਰ ਕੌਰ ਸ਼ਾਇਦ ਬਾਅਦ ਜੁਆਇਨ ਕਰਨਗੇ ਜੀ। ਅੱਜ ਸਰ ਫੂਲਾ ਸਿੰਘ ਜੀ ਨੇ ਵੀ ਪਾਰਟਿਸਿਪੇਟ ਕਰਨਾ ਹੈ। ਹਾਂਜੀ ਹਾਂਜੀ, ਸਭ ਫੂਲਾ ਸਿੰਘ ਜੀ ਤੁਸੀਂ ਵੀ ਜ਼ਰਾ ਫਤਿਹ ਸਾਂਝੀ ਕਰੋ ਜੀ। ਸਭ ਫੂਲਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਤੋ ਸੰਗਤ ਜੀ ਆਓ ਆਪਾਂ ਸਵਾਲ ਇੱਕ ਇੱਕ ਕਰਕੇ ਲੈਣੇ। ਮੈਂ ਜਿਸ ਤਰ੍ਹਾਂ ਤੁਹਾਨੂੰ ਬੇਨਤੀ ਕਰ ਰਿਹਾ ਸਾਂ ਕਿ ਅੱਜ ਜਿਤਨੇ ਸਵਾਲ ਨੇ, 7 ਦੇ 7 ਹੀ ਵੱਖ-ਵੱਖ ਡਾਇਰੈਕਸ਼ਨ ਦੇ ਵੱਖ-ਵੱਖ ਵਿਸ਼ਿਆਂ ਦੇ ਨੇ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ। ਸਾਇੰਦਰਬੀਰ ਸਿੰਘ ਦੀ ਬੇਨਤੀ ਹੈ ਕਿ ਸਵਾਲ ਕਰਤਾ ਨੇ ਪੁੱਛਿਆ ਵੀ, ਦੇਖੋ ਸਾਡੇ ਮਤ ਵਿੱਚ ਹੈ ਕਿ ਅਸੀਂ ਕੋਈ ਵੀ ਕਾਰਜ ਆਰੰਭਣਾ ਉਸ ਤੋਂ ਪਹਿਲੇ ਅਸੀਂ ਅਰਦਾਸ ਕਰਦੇ। ਤੋ ਸਵਾਲ ਕਰਤਾ ਨੇ ਪੁੱਛਿਆ ਕਿ ਅਰਦਾਸ ਆਪਾਂ ਕਰਦੇ ਜ਼ਰੂਰ ਹਾਂ, ਇਹਦਾ ਮਹੱਤਵ ਕੀ ਹੈ? ਹਾਂਜੀ ਇੰਦਰਬੀਰ ਸਿੰਘ ਜਰਾ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਆਪ ਜੀ ਨੇ ਵੀਰ ਰਾਜਾ ਸਿੰਘ ਜੀ ਪਾਸੋਂ ਅੱਜ ਦਾ ਸਵਾਲ ਸਰਵਣ ਕੀਤਾ ਹੈ, ਤੇ ਇਸ ਸਵਾਲ ਦਾ ਸੰਬੰਧ ਗੁਰਮਤਿ ਵਿਚਾਰਧਾਰਾ ਤੇ ਗੁਰਮਰਿਆਦਾ ਦੇ ਨਾਲ ਹੈ। ਸੋ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਆਓ ਅਰਦਾਸ ਸ਼ਬਦ ਦੇ ਬਾਰੇ ਥੋੜੀ ਸੰਖੇਪ ਵਿੱਚ ਜਾਣਕਾਰੀ ਜਿਹੜੀ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਜੀ। ਅਰਦਾਸ ਫਾਰਸੀ ਭਾਸ਼ਾ ਦੇ ਸ਼ਬਦ ਅਰਜ਼ਦਾਸ਼ ਤੋਂ ਬਣਿਆ ਹੈ, ਜਿਸ ਦਾ ਭਾਵ ਹੈ ਬੇਨਤੀ ਕਰਨਾ। ਸਰਦਾਰ ਕਪੂਰ ਸਿੰਘ ਜੀ ਨੇ ਲਿਖਿਆ ਕਿ ਅਰਦਾਸ ਸੰਸਕ੍ਰਿਤ ਦੇ ਸ਼ਬਦ ਅਰਧ ਆਸ ਤੋਂ ਬਣਿਆ ਹੈ, ਤੇ ਜਿਸ ਦਾ ਭਾਵ ਹੈ ਮਨੋਕਾਮਨਾ।
ਸੋ ਭਾਈ ਕਾਹਨ ਸਿੰਘ ਜੀ ਨਾਭਾ ਨੇ ਵੀ ਅਰਦਾਸ ਦੇ ਅਰਥ, ਮੁਰਾਦ ਮੰਗਣ ਦੀ ਕਿਰਿਆ, ਪ੍ਰਾਰਥਨਾ, ਬੇਨਤੀ ਆਦਿ ਕੀਤੇ ਹਨ ਅਤੇ ਲਿਖਿਆ ਕਿ ਸਿੱਖ ਧਰਮ ਵਿੱਚ ਨਿਤ ਦੀ ਕਿਰਿਆ ਭਾਵ ਨਿਤਨੇਮ ਦੀ ਬਾਣੀ ਦਾ ਪਾਠ ਕਰਕੇ ਅਤੇ ਹੋਰ ਅਨੇਕਾਂ ਕਾਰਜਾਂ ਦੀ ਨਿਰਵਿਘਨ ਪੂਰਤੀ ਲਈ ਕੇਵਲ ਕਰਤਾਰ ਅੱਗੇ ਅਰਦਾਸ ਕਰਨੀ ਵਿਧਾਨ ਹੈ। ਸੋ ਸੰਗਤ ਜੀ, ਮਨੁੱਖ ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਮਨੁੱਖੀ ਆਤਮਾ ਦਾ ਆਪਣੇ ਧੁਰੇ ਆਤਮਾ ਵੱਲ ਰੁਖ ਕਰਨ ਦਾ ਨਾਮ ਵੀ ਅਰਦਾਸ ਹੀ ਹੈ। ਤੇ ਸੁਭਾਵਿਕ ਤੌਰ ਤੇ ਦੇਖਿਆ ਜਾਏ ਤੇ ਇਨਸਾਨ ਇੱਕ ਕਮਜ਼ੋਰ ਵਿਅਕਤੀ ਹੈ ਤੇ ਕੋਈ ਵੀ ਹਨੇਰੀ ਦੇਖੀ ਅਸੀਂ ਜਾਂ ਨੈਚੁਰਲ ਕਲੈਮਿਟੀ ਜਦੋਂ ਵੀ ਕੋਈ ਆਕਰ ਜਾਂਦੀ ਹੈ ਤੇ ਮਨੁੱਖ ਦਾ ਮਨ ਜਿਹੜਾ ਹੈ ਡੋਲ ਜਾਂਦਾ ਹੈ। ਤੋ ਐਸੀ ਸਥਿਤੀ ਵਿੱਚ, ਐਸੇ ਅਵਸਰ ਵਿੱਚ ਉਸ ਵੇਲੇ ਮਨੁੱਖ ਨੂੰ ਇੱਕ ਸਹਾਰੇ ਦੀ ਲੋੜ ਹੁੰਦੀ ਹੈ। ਉਹ ਸਹਾਰਾ ਜੋ ਉਸ ਨੂੰ ਸਰਵ ਸ਼ਕਤੀਮਾਨ ਅਤੇ ਮਨੁੱਖ ਨਾਲੋਂ ਵਧੇਰੇ ਸਾਧਨਾਂ ਦਾ ਮਾਲਕ ਹੋਵੇ, ਤੇ ਇਹ ਸਹਾਰਾ ਕੇਵਲ ਵਾਹਿਗੁਰੂ ਜੀ ਹੈ ਅਤੇ ਉਸ ਤੇ ਭਰੋਸਾ ਕਰਨਾ ਸਾਰੀਆਂ ਔਕੜਾਂ ਤੋਂ ਬਚਾ ਦਿੰਦਾ ਹੈ। ਇਹੀ ਕਾਰਨ ਹੈ ਕਿ ਆਸਤਕ ਮਤ ਪਾਓ ਪ੍ਰਭੂ ਨੂੰ ਹੋਂਦ ਨੂੰ ਸਵੀਕਾਰ ਕਰਨ ਵਾਲੇ ਬਹੁ ਗਿਣਤੀ ਮਤ ਜਿਹੜੇ ਨੇ ਉਹ ਅਰਦਾਸ ਉੱਤੇ ਸਹਿਮਤ ਹਨ। ਸਿੱਖ ਧਰਮ ਵਿੱਚ ਅਰਦਾਸ ਨੂੰ ਵਾਹਿਗੁਰੂ ਨਾਲ ਨੇੜੇ ਦੇ ਸੰਬੰਧ ਕਾਇਮ ਕਰਨ ਲਈ ਇੱਕ ਢੰਗ ਮੰਨਿਆ ਗਿਆ ਹੈ ਤੇ ਅਰਦਾਸ ਮਨ ਨੂੰ ਪਵਿੱਤਰ ਤੇ ਨਿਰਮਲ ਕਰਦੀ। ਅਰਦਾਸ ਵਿੱਚ ਰੱਬ ਦੀ ਰਜ਼ਾ, ਉਸ ਦੀ ਬਖਸ਼ਿਸ਼, ਕਰਮ ਤੇ ਤੁਠਣਾ ਮੰਗਿਆ ਜਾਂਦਾ ਹੈ। ਸਿੱਖ ਧਰਮ ਵਿੱਚ ਅਰਦਾਸ ਦੀ ਬੜੀ ਮਹਾਨਤਾ ਹੈ ਤੇ ਅਰਦਾਸ ਕਿਸੇ ਦੇ ਬੁਰੇ ਲਈ ਨਹੀਂ ਸਗੋਂ ਭਲੇ ਲਈ ਕੀਤੀ ਜਾਂਦੀ ਹੈ। ਪ੍ਰਸਿੱਧ ਵਿਦਵਾਨ ਐਮਰਸਨ ਨੇ ਬੜਾ ਹੀ ਸੁੰਦਰ ਲਿਖਿਆ ਹੈ ਕਿ ਵਾਹਿਗੁਰੂ ਹਰੇਕ ਹਿਰਦੇ ਵਿੱਚ ਦਾਖਲ ਹੁੰਦਾ ਹੈ, ਪਰ ਇੱਕ ਖਾਸ ਰਸਤੇ ਰਾਹੀਂ, ਅਤੇ ਉਹ ਰਸਤਾ ਜਿਹੜਾ ਹੈ ਉਹ ਅਰਦਾਸ ਹੈ। ਹੁਣ ਕਈ ਲੋਕ ਇਹ ਸਵਾਲ ਕਰਦੇ ਹਨ ਕਿ ਜਦ ਵਾਹਿਗੁਰੂ ਅੰਤਰਜਾਮੀ ਹੈ, ਸਾਡੇ ਦਿਲ ਦੀ ਜਾਣਦਾ ਹੈ, ਤੇ ਫਿਰ ਉਸ ਨੂੰ ਕਹਿਣ ਦੀ ਕੀ ਲੋੜ ਹੈ, ਭਾਵ ਸਕੇ ਅਰਦਾਸ ਕਰਨ ਦੀ ਕੀ ਲੋੜ ਹੈ? ਜਾਂ ਜਦ ਵਾਹਿਗੁਰੂ ਜੀ ਨੇ ਜੇ ਸਾਡੇ ਕਰਮ ਪਹਿਲਾਂ ਹੀ ਲਿਖ ਦਿੱਤੇ ਹਨ ਤੇ ਫਿਰ ਉਹਨਾਂ ਕਰਮਾਂ ਨੂੰ ਬਦਲਿਆ ਵੀ ਨਹੀਂ ਜਾ ਸਕਦਾ, ਤੇ ਉਸ ਹਾਲਤ ਵਿੱਚ ਅਰਦਾਸ ਦੀ ਕੀ ਲੋੜ ਰਹਿੰਦੀ? ਪਰ ਸੰਗਤ ਜੀ, ਬੇਸ਼ੱਕ ਵਾਹਿਗੁਰੂ ਜੀ ਸਾਡੇ ਦਿਲਾਂ ਦੀ ਜਾਣਦਾ ਹੈ, ਸਾਡਾ ਉਸ ਉੱਪਰ ਪੂਰਾ ਵਿਸ਼ਵਾਸ ਹੈ। ਸਾਨੂੰ ਪਤਾ ਨਹੀਂ ਵਾਹਿਗੁਰੂ ਜੀ ਨੇ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ, ਪਰ ਅਰਦਾਸ ਰਾਹੀਂ ਅਸੀਂ ਉਸ ਦੀ ਕਿਰਪਾ ਤੇ ਬਖਸ਼ਿਸ਼ ਦੀ ਮੰਗ ਕਰਦੇ ਰਹਿਣਾ। ਭਲਾ ਬੁਰਾ ਉਹ ਆਪ ਜਾਣਦਾ ਹੈ। ਸੋ ਵਾਹਿਗੁਰੂ ਜੀ ਸ਼ਕਤੀਮਾਨ ਹੈ ਤੇ ਉਹ ਸਾਡੇ ਇਹ ਬੇਸ਼ੱਕ ਕਰਮ ਫਿਲਾਸਫੀ ਹੈ, ਤੇ ਕਰਮ ਫਿਲਾਸਫੀ ਜਿਹੜੀ ਹੈ ਉਸ ਦੇ ਤਹਿਤ ਸਿੱਖ ਧਰਮ ਉਸ ਨੂੰ ਨਹੀਂ ਮੰਨਦਾ, ਪਰ ਇਤਨਾ ਵਿਸ਼ਵਾਸ ਜ਼ਰੂਰ ਹੈ ਕਿ ਸਾਡੇ ਕਰਮ ਜਿਹੜੇ ਨੇ, ਜੇ ਸਾਡੀ ਅਕਾਲ ਪੁਰਖ ਸਾਡੀ ਅਰਦਾਸ ਦੇ ਨਾਲ ਉਹ ਕਰਮ ਵੀ ਜਿਹੜੇ ਹਨ ਉਹ ਬਦਲ ਸਕਦਾ। ਇੱਕ ਹੋਰ ਗੱਲ ਜੋ ਅਰਦਾਸ ਦੇ ਲਈ ਦੱਸਣਾ ਚਾਹਵੇ ਕਿ ਸਿੱਖ ਧਰਮ ਵਿੱਚ ਅਰਦਾਸ ਕੇਵਲ ਪਦਾਰਥਵਾਦੀ ਨਹੀਂ ਹੈ, ਭਾਵ ਪਦਾਰਥਾਂ ਦੀ ਮੰਗ ਲਈ ਨਹੀਂ ਕਰਨੀ। ਭਾਵ ਜਿਵੇਂ ਕਈ ਲੋਕ ਇਹ ਮੰਗ ਕਰਦੇ ਨੇ ਕਿ ਵਾਹਿਗੁਰੂ ਜੀ ਸਾਨੂੰ ਧਨ ਪਦਾਰਥ, ਧੀਆਂ ਪੁੱਤਰ ਜਾਂ ਹੋਰ ਮਨੋਕਾਮਨਾ ਜੋ ਚੀਜ਼ਾਂ ਨੇ, ਐਸ਼ ਔਰ ਅਸ਼ਰ ਦੇ ਸਮਾਨ ਵਗੈਰਾ, ਸੋ ਐਸੀਆਂ ਵਸਤਾਂ ਪ੍ਰਾਪਤ ਹੋਣ ਲਈ ਜਿਹੜੀ ਸਿੱਖ ਧਰਮ ਦੀ ਅਰਦਾਸ ਹੈ ਉਹ ਸਵੀਕਾਰੀ ਨਹੀਂ ਜਾਂਦੀ। ਤੇ ਇਸ ਨੂੰ ਬੱਚਿਆਂ ਦੀ ਬਿਰਤੀ ਆਖਿਆ ਗਿਆ ਹੈ। ਔਰ ਜਿਸ ਤਰ੍ਹਾਂ ਦੀ ਬੱਚੇ ਜ਼ਿੱਦ ਕਰਦੇ ਨੇ ਆਪਣੇ ਮਾਪਿਓ ਅੱਗੇ ਕੋਈ ਚੀਜ਼ ਲਿਆ ਕੇ ਦਿਓ, ਪਰ ਮਾਤਾ ਪਿਤਾ ਦੇਖਦਾ ਕਿ ਕਿਹੜੀ ਚੀਜ਼ ਬੱਚੇ ਨੂੰ ਚਾਹੀਦੀ ਹੈ ਤੇ ਕਿਹੜੀ ਨਹੀਂ ਚਾਹੀਦੀ ਹੈ। ਸੋ ਇੱਥੇ ਇਸ ਨੂੰ ਇਹ ਨਹੀਂ ਸੋਚ ਲੈਣਾ ਕਿ ਜੇ ਸਾਡੀ ਕੋਈ ਅਰਦਾਸ, ਅਸੀਂ ਕੋਈ ਪਦਾਰਥਵਾਦੀ ਅਰਦਾਸ ਕੀਤੀ, ਫਿਰ ਵਾਹਿਗੁਰੂ ਜੀ ਨੇ ਸਾਡੀ ਉਹ ਅਰਦਾਸ ਮੰਨੀ ਨਹੀਂ ਤੇ ਅਸੀਂ ਉਸ ਦੀ ਹੋਂਦ ਨੂੰ ਹੀ ਮੰਨਣ ਤੋਂ ਇਨਕਾਰੀ ਹੋ ਜਾਈਏ। ਸੋ ਇਹ ਸਿੱਖ ਧਰਮ ਦੀ ਫਿਲਾਸਫੀ ਨਹੀਂ ਹੈ। ਤੇ ਅਰਦਾਸ ਜਿਹੜੀ ਹੈ, ਅਰਦਾਸ ਦਾ ਮਨੁੱਖ ਦਾ ਫਰਜ਼ ਹੈ, ਪਰ ਉਸ ਨੂੰ ਪੂਰਾ ਕਰਨਾ ਵਾਹਿਗੁਰੂ ਜੀ ਦੀ ਮਰਜ਼ੀ ਹੈ। ਇੱਕ ਹੋਰ ਜੋ ਨਿਸ਼ਚਾ ਸਿੱਖ ਧਰਮ ਦੱਸਦਾ ਹੈ ਕਿ ਅਰਦਾਸ ਜਿਹੜੀ ਹੈ ਸ਼ੁੱਧ ਮਨ ਹੋ ਕੇ ਕੀਤੀ ਹੋਈ ਅਰਦਾਸ ਹੀ ਪ੍ਰਵਾਨ ਹੋ ਸਕਦੀ ਹੈ। ਸਤਿਗੁਰੂ ਜੀ ਬਚਨ ਕਰਦੇ ਹਨ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਂ ਨਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਸੋ ਅਰਦਾਸ ਦੀਆਂ ਕਈ ਉਦਾਹਰਨਾਂ ਸਾਨੂੰ ਗੁਰ ਇਤਿਹਾਸ ਵਿੱਚ ਜਾਂ ਸਿੱਖ ਇਤਿਹਾਸ ਵਿੱਚ ਮਿਲਦੀਆਂ ਹਨ। ਕੇਵਲ ਸੰਖੇਪ ਵਿੱਚ ਆਪ ਜੀ ਨਾਲ ਸਾਂਝੀ ਕਰਾਂਗਾ। ਪੰਚਮ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਲਈ ਜਦ ਦਿੱਲੀ ਤੋਂ ਸੁਲਹੀ ਖਾਨ ਚੜ੍ਹ ਆਇਆ ਤੇ ਉਸ ਵਕਤ ਗੁਰੂ ਸਾਹਿਬ ਜੀ ਨੇ ਅਰਦਾਸ ਕੀਤੀ ਸੀ। ਇਸੇ ਤਰ੍ਹਾਂ ਦੀ 18ਵੀਂ ਸਦੀ ਵਿੱਚ ਸਾਨੂੰ ਮਿਸਾਲ ਮਿਲਦੀ ਹੈ, ਜਦੋਂ ਨੌਸ਼ਹਿਰੇ ਦੀ ਜੰਗ ਵਿੱਚ ਜਦ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਈ ਕੀਤੀ ਤਾਂ ਅਗਲੇ ਦਸਤੇ ਦੀ ਕਮਾਨ ਜਿਹੜੀ ਉਸ ਸਮੇਂ ਸੀ ਉਹ ਬਾਬਾ ਅਕਾਲੀ ਫੂਲਾ ਸਿੰਘ ਜੀ ਕਰ ਰਹੇ ਸਨ। ਪਰ ਸ਼ੇਰੇ ਪੰਜਾਬ ਨੇ ਵੇਖਿਆ ਕਿ ਅੱਗੋਂ ਜਿਹੜੀ ਹਮਲਾਵਰ ਪਠਾਣੀ ਸੈਨਾ ਸੀ, ਪਠਾਣੀ ਦਲ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਕੁਝ ਸਮੇਂ ਲਈ ਆਪਣੀ ਜਿਹੜੀ ਚੜ੍ਹਾਈ ਹੈ ਉਸ ਨੂੰ ਮੁਲਤਵੀ ਕਰਨ ਲਈ ਆਖਿਆ। ਪਰ ਅਕਾਲੀ ਫੂਲਾ ਸਿੰਘ ਜੀ ਨੇ, ਜੋ ਕਿ ਅਰਦਾਸਾਂ ਸੋਚ ਚੁੱਕੇ ਸਨ, ਨੇ ਸਾਫ਼ ਜਵਾਬ ਦੇ ਦਿੱਤਾ ਕਿ ਅਸੀਂ ਅਰਦਾਸਾਂ ਕਰ ਚੁੱਕੇ ਹਾਂ, ਹੁਣ ਨਹੀਂ ਰੁਕਣਾ, ਹੁਣ ਅਸੀਂ ਪਿੱਛੇ ਨਹੀਂ ਹਟਣਾ, ਫਤਿਹ ਗੁਰੂ ਨੇ ਬਖਸ਼ਣੀ ਹੈ।
ਤਾਂ ਸੰਗਤ ਜੀ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖ ਨੇ ਜਿੱਥੇ ਅਰਦਾਸ ਕਰਨੀ ਹੈ ਉੱਥੇ ਅਰਦਾਸ ਤੇ ਭਰੋਸਾ ਕਰਨਾ ਹੈ। ਤਾਂ ਸਪਸ਼ਟ ਹੈ ਪ੍ਰਭੂ ਤੇ ਭਰੋਸਾ, ਉਸ ਦੀ ਮਿਹਰ ਤੇ ਬਖਸ਼ਿਸ਼ ਦੀ ਪ੍ਰਾਪਤੀ ਲਈ ਅਰਦਾਸ ਹੀ ਸਿੱਖ ਧਰਮ ਲਈ ਵਿਧਾਨ ਹੈ। ਤੇ ਇਸ ਕਰਕੇ ਸਾਡੀ ਸਿੱਖ ਰਾਤ ਮਰਿਆਦਾ ਵਿੱਚ ਵੀ ਇਹ ਸਾਨੂੰ ਹਦਾਇਤ ਹੈ ਕਿ ਹਰ ਸਿੱਖ ਨੇ ਆਪਣਾ ਕੰਮ ਜਾਂ ਕਾਜ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ। ਸੋ ਆਸ ਹੈ ਜਿਨ੍ਹਾਂ ਨੇ ਇਹ ਸਵਾਲ ਪੁੱਛਿਆ ਹੋਵੇਗਾ ਉਹਨਾਂ ਦੀ ਕੁਝ ਹੱਦ ਤੱਕ ਸੰਤੁਸ਼ਟੀ ਹੋਵੇਗੀ। ਫਿਰ ਵੀ ਜੇ ਆਪ ਜੀ ਹੋਰ ਵੀ ਕੁਝ ਐਡ ਕਰਨਾ ਚਾਹੋ ਤਾਂ ਪ੍ਰਵਾਨ ਹੈ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੜੇ ਅੱਛੇ ਤਰੀਕੇ ਨਾਲ ਅਰਦਾਸ ਦਾ ਮਹੱਤਵ ਵੱਖ-ਵੱਖ ਪੁਆਇੰਟ ਵੀਰ ਜੀ ਨੇ ਟੱਚ ਕੀਤੇ ਨੇ। ਧੰਨਵਾਦ ਹੈ ਸੰਗਤ ਜੀ। ਮੈਂ ਬੇਨਤੀ ਕਰਦੇ ਹਾਂ, ਪੰਜਾਬੀ 'ਚ ਖਾਣਾ ਹੈ 1-1 ਤੇ 2-11। ਮੈਂ ਸਮਝਦਾ ਜਿਸ ਵੇਲੇ ਆਪਾਂ ਅਰਦਾਸ ਕਰਦੇ ਹਾਂ ਨਾ, ਸਾਨੂੰ ਇੱਕ ਮੋਰਲ ਚੜ੍ਹਦੀ ਕਲਾ ਮਿਲਦੀ ਹੈ ਕਿ ਹੁਣ ਤੇ ਬਾਬਾ ਮੇਰੇ ਨਾਲ ਹੈ। ਹਾਲਾਂਕਿ ਸਾਡੇ ਨਾਲ ਤੇ ਹੈ, ਹਰ ਵੇਲੇ ਹੀ ਹੈ, ਪਰ ਕਿਉਂਕਿ ਸੰਸਾਰੀ ਜੀਵ ਹੈ ਨਾ ਜੀ, ਤੇ ਉਹ ਚੜ੍ਹਦੀ ਕਲਾ ਮਿਲਦੀ ਮੈਂ ਅਰਦਾਸ ਕੀਤੀ ਹੈ। ਤੋ ਪਰ ਵੀਰ ਜੀ ਨੇ ਗੱਲਾਂ ਦੱਸੀਆਂ, ਮੈਂ 1-2 ਗੱਲਾਂ ਹੋਰ ਮੈਂ ਆਪ ਦਾ ਸਮਾਂ ਲੈਣ ਲੱਗਾ, ਖਿਮਾ ਪਹਿਲੇ ਐਡਵਾਂਸ ਹੀ ਮੰਗਣ ਲੱਗਾ ਕਿ ਇੱਕ ਗੱਲ ਬੜੀ ਪੱਕੀ ਹੈ ਕਿ ਸਿੱਖ ਮਤ ਵਿੱਚ ਪੁਜਾਰੀ ਸ਼੍ਰੇਣੀ ਕੋਈ ਨਹੀਂ ਹੈ। ਹਰ ਮਨੁੱਖ ਅਰਦਾਸ ਕਰ ਸਕਦਾ ਹੈ। ਮੇਰੇ ਮਨ ਦੀ ਬਿਰਥਾ, ਮੈਂ ਅਰਦਾਸ ਕਰਾਂ ਵਾਹਿਗੁਰੂ। ਇੱਕ ਹੋਰ ਵੀ ਗੱਲ ਸਕੋ, ਜੇ ਵਾਹਿਗੁਰੂ ਮੇਰਾ ਪਿਤਾ ਹੈ ਤੇ ਪੁੱਤਰ ਨੂੰ ਵਿੱਚ ਵਿਚੋਲਾ ਪਾਉਣ ਦੀ ਕੋਈ ਲੋੜ ਨਹੀਂ ਹੈ। ਪਰ ਪ੍ਰੈਕਟੀਕਲੀ ਕੀ ਹੋ ਰਿਹਾ ਕਿ ਮੈਂ ਬੜਾ ਹੈਰਾਨ ਹੋਇਆ। ਇੱਕ ਵਾਰੀ ਅੱਗੇ ਵੀ ਦੇਖਿਆ ਸੀ, ਅੱਜ ਵੀ ਮੈਂ ਦੇਖਿਆ ਇੱਕ ਇੱਥੇ ਫਲਾਇਰ ਲੱਗੇ ਕਿ ਕੀਰਤਨ ਸਮਾਗਮ ਹੋ ਰਿਹਾ ਜਲੰਧਰ ਦੇ ਵਿੱਚ। ਦਰਬਾਰ ਸਾਹਿਬ ਦੇ ਜਿਹੜੇ ਅਰਦਾਸੀ ਇਹਨਾਂ ਨੂੰ ਫੋਟੋ ਲੱਗੀ, ਨਾਂ ਲੱਗਿਆ ਵੀ ਅਰਦਾਸ ਇਹ ਕਰਨੀ। ਮੈਂ ਹੈਰਾਨ ਹੋਇਆ ਵੀ ਸਾਰੇ ਜਲੰਧਰ 'ਚ ਅਰਦਾਸ ਹੀ ਨਹੀਂ ਆਉਂਦੀ ਕਿਸੇ ਨੂੰ, ਸਾਨੂੰ ਅਰਦਾਸੀਆ ਸਿੰਘ ਬੁਲਾਉਣਾ ਪੈਂਦਾ। ਕੋਈ ਪੁਜਾਰੀ ਸ਼੍ਰੇਣੀ ਨਹੀਂ, ਅਰਦਾਸ ਕੋਈ ਵੀ ਕਰੇ। ਸੋ ਇਸ ਕਰਕੇ ਆਪਣੀ ਅਰਦਾਸ ਆਪ ਕਰਨੀ ਚਾਹੀਦੀ ਹੈ, ਆਪਣੇ ਲਫ਼ਜ਼ਾਂ 'ਚ ਕਰਨੀ ਚਾਹੀਦੀ ਹੈ। ਮਾਪਿਓ ਬੱਚੇ ਦੀ ਹਰ ਬੋਲੀ ਸਮਝਦੇ ਨੇ, ਪਰ ਇਹ ਜਿਹੜੀ ਵਿੱਚ ਆਪਾਂ ਇਹ ਕਹਿੰਦੇ ਹਾਂ ਵੀ ਫਲਾਣਾ ਅਰਦਾਸ ਕਰੇਗਾ ਜੀ। ਦੂਜੀ ਗੱਲ, ਬਹੁਤੀ ਥਾਂ ਤੇ ਦੇਖਿਆ ਗਿਆ ਕਿ ਸਿਰ ਅਰਦਾਸੀਆ ਸਿੰਘ ਖੜਾ ਹੁੰਦਾ ਹੈ, ਭਾਈ ਸਾਹਿਬ ਗ੍ਰੰਥੀ ਸਿੰਘ ਜੋ ਵੀ ਕੋਈ ਵੀ, ਉਹਦੇ ਹੱਥ ਵਿੱਚ 10-20 ਰੁਪਈਏ ਜਿਹੜੇ ਨੇ ਉਹ ਪਕੜਾ ਦਿੱਤੇ ਜਾਂਦੇ ਨੇ ਅਰਦਾਸ ਤੋਂ ਪਹਿਲਾਂ। ਤੇ ਇਹ ਜਿਹੜੀ ਅਰਦਾਸ ਭੇਟਾ ਹੈਗੀ ਹੈ, ਇਹ ਮੈਂ ਸਮਝਦਾ ਵੀ ਸਾਡੇ ਮਤ ਦੇ ਮੁਤਾਬਕ ਸਾਡੇ ਮਤ ਦੇ ਅਨੁਕੂਲ ਨਹੀਂ ਹੈ। ਸਨਾਤਨੀ ਮਤ 'ਚ ਹੈਗਾ ਵੀ ਹਰ ਚੀਜ਼ ਦੀ ਮਾਇਆ ਲੈ ਕੇ ਫਿਰ ਕਰਨੀ ਗੱਲ। ਇਹ 2 ਗੱਲਾਂ ਮੈਂ ਤੁਹਾਡੇ ਸਾਹਮਣੇ ਲਿਆਂਦੀਆਂ ਜੀ। ਇਹਦੇ ਬਾਰੇ ਸੰਗਤ ਜੀ ਜ਼ਰੂਰ ਵਿਚਾਰ ਕਰਨਾ, ਔਰ ਇਹ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਕਿੱਧਰ ਤੁਰ ਰਹੇ। ਧੰਨਵਾਦ ਵੀਰ ਇੰਦਰਬੀਰ ਸਿੰਘ ਜੀ ਦਾ। ਤੇ ਅਗਲਾ ਸਵਾਲ ਜਿਹੜਾ ਹੈ ਉਹ ਸਾ ਕਿੱਕਰ ਸਿੰਘ ਜੀ ਲਈ ਹੈ। ਇਸ ਕਲਯੁਗ में कर्म धर्म ना कोई। सवाल करता पूछते भी कलयुग तो की भाव। हाँ जी किकर सिंह जी दसो। किकर सिंह जी। हाँ जी वीर जी, वाहिगुरू जी का खालसा, वाहिगुरू जी की फतेह जी। ਇਹ ਜੋ ਸਵਾਲ ਆਇਆ ਜੀ, ਗੁਰਬਾਣੀ ਦੀ ਇੱਕ ਪੰਕਤੀ ਪੜ੍ਹ ਕੇ ਵੀਰ ਜੀ ਨੇ ਕਿ ਸ਼ਬਦ ਕਲਯੁਗ ਵੀ ਆਇਆ ਤੇ ਕਰਮ ਧਰਮ ਵੀ ਆਇਆ, ਵੀ ਇਹਨਾਂ ਦਾ ਕੀ ਅਰਥ ਭਾਵ ਹੈ। ਸੋ ਇਹ ਗੌੜੀ ਗਵਾਰੇਰੀ ਮਹਿਲਾ 3 ਦੀ ਬਾਣੀ ਹੈ ਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 160 61 ਉੱਪਰ ਸੁਭਾਇਮਾਨ ਹੈ। ਇਹ ਵੈਸੇ ਸ਼ਬਦ ਕਾਫੀ 3-4 ਬੰਦਾਂ ਦਾ ਹੈਗਾ। ਆਪਾਂ ਪਾਠ ਕਰ ਲਈਏ ਤਾਂ ਕਿ ਆਪਣੇ ਜੇਨ 'ਚ ਇਹ ਗੱਲ ਬੈਠ ਜੇ ਵੀ ਇਹਦਾ ਸਮੁੱਚਾ ਅਰਥ ਭਾਵ ਕੀ ਆ। ਗੌੜੀ ਗਵਾਰੇਰੀ ਮਹਲਾ 3। ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੈ ਗੁਣ ਗਿਆਨ ਵਿਚਾਰ, ਸੇ ਜਨ ਜਾਗੇ ਜਿਨ ਨਾਮ ਪਿਆਰ, ਸਹਿਜੇ ਜਾਗੈ ਸਭੈ ਨਾ ਕੋਏ, ਪੂਰੇ ਗੁਰ ਤੇ ਬੂਝੈ ਜਨ ਕੋਏ। ਰਾਹੋ। ਅਸੰਤ ਅਨਾੜੀ। ਅਸੰਤ ਆੜਾ ਮੂਹਰੇ ਲੱਗ ਕੇ ਹੈ, ਸੰਤ ਦਾ ਵਿਰੋਧੀ ਸ਼ਬਦ ਹੈ। ਅਸੰਤ ਅਨਾੜੀ ਕਦੇ ਨਾ ਬੁਝੈ, ਕਥਨੀ ਕਰੇ ਤੈ ਮਾਇਆ ਨਾਲ ਲੁਝੈ, ਅੰਧ ਅਗਿਆਨੀ ਕਦੇ ਨਾ ਸੀਝੈ। ਇਸ ਯੁਗ ਮੈਂ ਰਾਮ ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਆਪ ਧਰੈ सगले कुल उधारा, इस कल युग में कर्म धर्म न कोई, कली का जन्म चंडाल कह घर होई, नानक ना बिना वो मुक्त ना होई। सब तो पहला पर हाव वाले पदे की विचार करते हैं जी। सहजे जागै सवै न कोय, पूरे गुर ते बुझै जन कोय। राव।
ਜੇਕਰ ਕੋਈ ਵਡਭਾਗੀ ਸੇਵਕ, ਵੱਡੇ ਭਾਗਾਂ ਵਾਲਾ ਸੇਵਕ ਪੂਰੇ ਗੁਰੂ ਪਾਸੋਂ ਆਤਮਿਕ ਜੀਵਨ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਸੇਵਕ ਹਮੇਸ਼ਾ ਜਾਗਰਤ ਅਵਸਥਾ ਵਿੱਚ ਵਿਚਰਦਾ ਹੈ ਅਤੇ ਕਦੇ ਵੀ ਗਾਫਲ ਹੋ ਕੇ ਆਪਣਾ ਜੀਵਨ ਬਤੀਤ ਨਹੀਂ ਕਰਦਾ ਹੈ। ਅਸਲ ਵਿੱਚ ਜੋ ਸਵਾਲ ਪੁੱਛਿਆ ਗਿਆ ਹੈ ਉਹ ਚੌਥੇ ਅਤੇ ਆਖਰੀ ਪਦੇ ਨਾਲ ਸੰਬੰਧਿਤ ਹੈ। ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ। ਇੱਥੇ ਸ਼ਬਦ ਆਇਆ ਹੈ ਕਲਯੁਗ ਮੈਂ, ਭਾਵ ਕਲਯੁਗ ਦੇ ਵਿੱਚ। ਹੁਣ ਕਲਯੁਗ ਕੀ ਹੈ? ਇਹ ਦੋ ਸ਼ਬਦਾਂ ਦੇ ਸੰਧੀ ਛੇਦ ਤੋਂ ਬਣਿਆ ਸ਼ਬਦ ਹੈ ਕਲ ਜਮਾ ਯੁਗ। ਕਲ ਤੋਂ ਭਾਵ ਹੈ ਜੀ ਕਲਾ ਕਲੇਸ਼ ਵਾਲੀ ਸੋਚ ਜਾਂ ਬਿਰਤੀ, ਅਤੇ ਯੁਗ ਹੈ ਜਗਤ ਸਮਾਂ, ਭਾਵ ਸਮਾਂ ਜਦੋਂ ਕਿਸੇ ਵੀ ਮਨੁੱਖ ਦੇ ਅੰਦਰ ਮਾੜੀ ਸੋਚ ਪੈਦਾ ਹੁੰਦੀ ਹੈ ਤਾਂ ਉਹ ਸਮਾਂ ਉਸ ਲਈ ਕਲਯੁਗ ਹੈ। ਲੇਕਿਨ ਇਸ ਦੇ ਉਲਟ ਅਗਰ ਕਿਸੇ ਹੋਰ ਮਨੁੱਖ ਦੇ ਅੰਦਰ ਚੰਗੀ ਸੋਚ ਪੈਦਾ ਹੋ ਜਾਂਦੀ ਹੈ ਤਾਂ ਉਹੀ ਸਮਾਂ ਉਸ ਲਈ ਸਤਯੁਗ ਬਣ ਜਾਂਦਾ ਹੈ। ਭਾਵ ਕੋਈ ਸਮਾਂ ਆਪਣੇ ਆਪ ਵਿੱਚ ਮਾੜਾ ਜਾਂ ਚੰਗਾ ਨਹੀਂ ਹੈ, ਬਲਕਿ ਇਹ ਮਨੁੱਖੀ ਸੋਚ ਤੇ ਹੀ ਨਿਰਭਰ ਕਰਦਾ ਹੈ। ਕਲੀ ਕਾ ਜਨਮ ਚੰਡਾਲ ਕੇ ਕਰ ਹੋਈ। ਚੰਡਾਲ ਭਾਵ ਇਨਸਾਨੀਅਤ ਤੋਂ ਗਿਰਿਆ ਹੋਇਆ ਮਨੁੱਖ, ਕੁਕਰਮੀ, ਮਾੜੇ ਕੰਮ ਕਰਨ ਵਾਲਾ। ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ। ਸੋ ਅਜਿਹਾ ਮਨੁੱਖ ਜਿਸ ਅੰਦਰ ਕਲਾ ਕਲੇਸ਼ ਵਾਲੀ ਮਾੜੀ ਸੋਚ ਪੈਦਾ ਹੁੰਦੀ ਹੈ, ਉਸ ਨੂੰ ਇਸ ਮਾੜੀ ਸੋਚ ਤੋਂ ਕੋਈ ਵੀ ਕਰਮ ਧਰਮ ਬਚਾ ਨਹੀਂ ਸਕਦਾ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਅਜਿਹੇ ਮਨੁੱਖ ਦਾ ਪਾਰ ਉਤਾਰਾ ਕੇਵਲ ਪਰਮਾਤਮਾ ਦੇ ਨਾਂ ਦੁਆਰਾ ਹੀ ਹੋ ਸਕਦਾ ਹੈ। ਅਤੇ ਹੇ ਨਾਨਕ, ਨਾਮ ਤੋਂ ਬਿਨਾਂ ਕੋਈ ਵੀ ਮਨੁੱਖ ਇਸ ਕਲਯੁਗੀ ਸੁਭਾਅ ਤੋਂ ਮੁਕਤ ਨਹੀਂ ਹੋ ਸਕਦਾ ਹੈ। ਸੰਖੇਪ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਅੱਜ ਜੋ ਵਰਤਮਾਨ ਸਮਾਂ ਚੱਲ ਰਿਹਾ ਹੈ ਇਹਨੂੰ ਕਲੀ ਕਾਲ ਵੀ ਗੁਰਬਾਣੀ ਦੇ ਵਿੱਚ ਲਿਖਿਆ ਹੈ ਤੇ ਕਲਯੁਗ ਵੀ ਲਿਖਿਆ। ਦੋਨਾਂ ਦਾ ਅਰਥ ਭਾਵ ਤਕਰੀਬਨ ਸੇਮ ਹੈ। ਸਤਯੁਗ ਜਾਂ ਕਲਯੁਗ ਕਿਸੇ ਵਿਸ਼ੇਸ਼ ਸਮੇਂ ਦਾ ਨਾਂ ਨਹੀਂ ਹੈ, ਬਲਕਿ ਸਮਾਂ ਮਨੁੱਖੀ ਸੁਭਾਅ ਅਨੁਸਾਰ ਹੀ ਚੰਗਾ ਜਾਂ ਮਾੜਾ ਹੋ ਸਕਦਾ ਹੈ। ਇਸ ਕਰਕੇ ਜੋ ਅੱਜ ਸਮਾਂ ਹੈ ਇਹਦੇ ਵਿੱਚ ਕੇਵਲ ਪਰਮਾਤਮਾ ਦੇ ਨਾਮ ਦੀ ਪ੍ਰਧਾਨਤਾ ਹੈ। ਸੋ ਸਾਨੂੰ ਵੀ ਪਰਮਾਤਮਾ ਦੇ ਨਾਮ ਦੁਆਰਾ ਹੀ ਇਸ ਵਿੱਚ ਵਿਚਰਨਾ ਚਾਹੀਦਾ ਹੈ, ਉਹਦੀ ਯਾਦ ਵਿੱਚ ਜੁੜਨਾ ਚਾਹੀਦਾ ਹੈ। ਸੋ ਅਖੀਰ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ। ਸੰਗਤ ਜੀ, ਅਨਮਤੀਆਂ ਵਿੱਚ ਯੁੱਗਾਂ ਬਾਰੇ ਉਹਨਾਂ ਦੇ ਜਿਹੜੇ ਆਪਣੇ ਵਿਚਾਰ ਨੇ ਤੇ ਉਹਨਾਂ 'ਚ ਤੇ ਇਹ ਵੀ ਯੁੱਗ ਵੀ ਪਲਟਿਆ ਵੀ ਜਿਵੇਂ ਸਤਯੁਗ, ਉਸ ਤੋਂ ਬਾਅਦ ਦੁਆਪਰ ਦੀ ਥਾਂ ਤੇ ਤ੍ਰੇਤਾ ਆ ਗਿਆ, ਫਿਰ ਦੁਆਪਰ, ਫਿਰ ਕਲਯੁਗ। ਉਹਨਾਂ ਨੇ ਬਕਾਇਦਾ ਯੁੱਗਾਂ ਦੀ ਉਮਰਾਂ ਵੀ ਮਿੱਥੀਆਂ ਨੇ, ਜਿਹੜੀਆਂ ਵੱਖ-ਵੱਖ ਉਹਨਾਂ ਦੇ ਵਿਦਵਾਨਾਂ ਨੇ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਲਿਖੀਆਂ ਮਿਲਦੀਆਂ ਨੇ। ਪਰੰਤੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਚ ਅਨੁਸਾਰ, ਗੁਰੂ ਨਾਨਕ ਮੱਤ ਅਨੁਸਾਰ, ਵੀਰ ਕਿੱਕਰ ਸਿੰਘ ਜੀ ਨੇ ਸਾਨੂੰ ਸਪਸ਼ਟ ਦੱਸਿਆ, ਇਹ ਤਾਂ ਤੁਹਾਡੀ ਅਵਸਥਾ ਹੈ, ਹਰੇਕ ਦੀ ਆਪਣੀ ਅਵਸਥਾ ਹੈ। ਜੇ ਮੈਂ ਭੈੜੇ ਕੰਮ ਕਰਦੇ ਹਾਂ ਤੇ ਕਲਯੁਗ 'ਚ ਹਾਂ, ਤੁਸੀਂ ਚੰਗੇ ਕੰਮ ਕਰਦੇ ਸਤਯੁਗ 'ਚ। ਮੈਂ ਤਾਂ ਇਹ ਕਹਾਂਗਾ ਵੀ ਇੱਕ ਛੱਤ ਥੱਲੇ ਰਹਿਣ ਵਾਲੇ 4 5 6 ਜੀ ਜਿਹੜੇ ਨੇ ਉਹ ਵੱਖ-ਵੱਖ ਯੁੱਗਾਂ 'ਚ ਰਹਿ ਰਹੇ ਨੇ, ਜੇਕਰ ਉਹਨਾਂ ਦੇ ਸੁਭਾਅ ਡੋਲ ਰਹੇ ਨੇ। ਸਤਿਗੁਰੂ ਕਿਰਪਾ ਕਰੇ ਅਸੀਂ ਸਤਯੁਗੀ ਬਣੀਏ, ਸੱਚ ਤੇ ਚੱਲੀਏ। ਔਰ ਗੁਰੂ ਨਾਨਕ ਸਾਹਿਬ ਤੇ ਕਹਿੰਦੇ ਸੱਚ ਤੇ ਚੱਲਣ, ਜਿਹੜੇ ਸੱਚ ਤੇ ਚੱਲਦੇ ਨੇ ਉਹਨਾਂ ਲਈ ਹਮੇਸ਼ਾ ਸਤਯੁਗ ਹੈ। ਧੰਨਵਾਦ ਵੀਰ ਕਿੱਕਰ ਸਿੰਘ ਜੀ, ਆਪ ਜੀ ਨੇ ਬੜੇ ਅੱਛੇ ਤਰੀਕੇ ਸਾਨੂੰ ਸਮਝਾ ਦਿੱਤਾ ਵੀ ਇਹ ਕੋਈ ਯੁੱਗਾਂ ਦੀ ਵੰਡ ਨਹੀਂ ਹੈ, ਇਹ ਤੇ ਸਾਡੀ ਬਿਰਤੀਆਂ ਦੀ ਗੱਲ ਹੈ। ਧੰਨਵਾਦ। ਲਓ ਜੀ, ਅਗਲਾ ਸਵਾਲ ਸੰਗਤ ਜੀ, ਇਹ ਆਪਣਾ ਦੇਖਦੇ ਹਾਂ ਵੀ ਕਈ ਗੁਰਕਿਆਂ ਵਿੱਚ ਇਹ ਸਵਾਲ ਪਤਾ ਕਰਦਾ ਹੈ ਵੀ 10ਵਾਂ ਪਾਤਸ਼ਾਹ ਲਿਖਿਆ, ਕਈਆਂ 'ਚ 10ਵੇਂ ਪਾਤਸ਼ਾਹ ਲਿਖਿਆ। ਉਹ ਪੁੱਛਦੇ ਨੇ ਠੀਕ ਕੀ ਹੈ, 10ਵਾਂ ਕਹੀਏ ਕਿ 10ਵੇਂ ਕਹੀਏ? ਹਾਂਜੀ ਜਗੀਰ ਸਿੰਘ ਜੀ, ਜ਼ਰਾ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਵਾਲ ਹੈ ਕਿ ਅਰਦਾਸ ਵਿੱਚ ਕਈ ਗੁਟਕਿਆਂ ਵਿੱਚ ਲਿਖਿਆ ਹੈ 10ਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਕਈ ਗੁਟਕਿਆਂ ਵਿੱਚ ਲਿਖਿਆ ਹੈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਕੀ ਹੋਣਾ ਚਾਹੀਦਾ ਹੈ? ਇਹ ਸਵਾਲ ਹੈ 10ਵਾਂ ਜਾਂ 10ਵੇਂ ਪਾਤਸ਼ਾਹ। ਇਸ ਬਾਰੇ ਪੈਨਲ ਮੈਂਬਰਾਂ ਦੀ ਮੀਟਿੰਗ ਵਿੱਚ ਖੁੱਲ੍ਹ ਕੇ ਵਿਚਾਰ ਕੀਤੀ ਗਈ। ਫੈਸਲਾ ਹੋਇਆ ਹੈ ਕਿ ਜੋ
ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਉਹ ਠੀਕ ਹੈ। ਇਸ ਲਈ 10ਵਾਂ ਪਾਤਸ਼ਾਹ ਹੀ ਹੋਣਾ ਚਾਹੀਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਸੰਗਤ ਜੀ, ਜੇ ਆਪਾਂ ਚਾਹੁੰਦੇ ਹਾਂ ਕਿ ਸਾਡਾ ਸਿੱਖ ਪੰਥ ਇਕਮੁੱਠ ਰਵੇ, ਫਿਰ ਸਾਨੂੰ ਇੱਕ ਵਿਧਾਨ ਤੇ ਇੱਕ ਨਿਸ਼ਾਨ ਦੇ ਥੱਲੇ ਰਹਿਣਾ ਚਾਹੀਦਾ। ਤੇ ਇੱਕ ਵਿਧਾਨ ਤੋਂ ਕਹਿਣ ਤੋਂ ਭਾਵ ਹੈ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ। ਅਸੀਂ ਦੇਖਦੇ ਹਾਂ ਕਿ ਵੱਖ-ਵੱਖ ਸੰਪਰਦਾ ਜਿਹੜੀਆਂ ਨੇ ਉਹ ਇਸ ਮਰਿਆਦਾ ਨੂੰ ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਡਰਾਫਟ ਕੀਤਾ ਹੈ, ਵਾਧਾ ਘਾਟਾ ਕੀਤਾ ਹੈ। ਈਵਨ ਅਰਦਾਸ ਦੀ ਵਰਡਿੰਗ ਵਿੱਚ ਫਰਕ ਹੈ। ਤੋ ਇਸੇ ਕਰਕੇ ਸਾਡੀ ਕੌਮ ਜਿਹੜੀ ਉਹ ਇਕਮੁੱਠ ਨਹੀਂ ਹੈ, ਕਿਉਂਕਿ ਕੋਈ ਕੁਛ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ। ਤੋ ਆਓ ਅਸੀਂ ਸਾਰੇ, ਜੇ ਸਾਨੂੰ ਸਮਝ ਆ ਗਈ ਆ, ਤੇ ਅਸੀਂ ਇਹ ਬਿਲਕੁਲ ਮਨ 'ਚ ਧਾਰ ਲਈਏ ਕਿ ਅਸੀਂ ਜੋ ਕਰਮ ਕਰਨੇ ਨੇ ਉਹ ਅਸੀਂ ਆਪਣੀ ਸਿੱਖ ਮਰਿਆਦਾ, ਸਿੱਖ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹ ਤੋਂ ਅਗਵਾਈ ਲੈਣੀ ਹੈ। ਔਰ ਇਹੀ ਗੱਲ ਵੀਰ ਜਗੀਰ ਸਿੰਘ ਜੀ ਨੇ ਕਹੀ ਹੈ ਕਿ 10ਵਾਂ ਕੇ 10ਵੇਂ, ਹਾਲਾਂਕਿ ਬਹੁਤੀ ਲੰਬੀ ਚੌੜੀ ਗੱਲ ਨਹੀਂ ਹੈ, ਪਰ ਚਲੋ ਜੀ ਹੈ ਵੀ ਹੈ ਤੇ ਅਸੀਂ ਫਾਲੋ ਕਰੀਏ। ਮੈਂ ਇੱਥੇ ਇੱਕ ਹੋਰ ਗੁਸਾਖੀ ਕਰਨ ਲੱਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰੇ ਔਰ ਸ੍ਰੀ ਦਰਬਾਰ ਸਾਹਿਬ ਦੀ ਗੱਲ ਜਿਸ ਵੇਲੇ ਅਰਦਾਸ ਆਉਂਦਾ ਹੈ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮਰਿਆਦਾ 'ਚ ਲਿਖਿਆ ਮੱਤ ਦਾ ਰਾਖਾ ਵਾਹਿਗੁਰੂ, ਪਰੰਤੂ ਉੱਥੇ ਕਿਹਾ ਜਾਂਦਾ ਮੱਤ ਪੱਤ ਦਾ ਰਾਖਾ ਵਾਹਿਗੁਰੂ। ਇਸੇ ਤਰ੍ਹਾਂ ਹੋਰ ਵੀ ਇੱਕ ਫਰਕ, ਅੰਮ੍ਰਿਤਸਰ ਜੀ ਦੇ ਇਸ਼ਨਾਨ ਮਰਿਆਦਾ 'ਚ ਲਿਖਿਆ, ਉਹ ਬੋਲਦੇ ਨੇ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਮਤਲਬ ਤੇ ਹੈ ਕਿ ਜਿਹੜੀ ਪ੍ਰਵਾਨਿਤ ਮਰਿਆਦਾ ਹੈਗੀ ਹੈ ਉਹਦੇ 'ਚ ਕਿਸੇ ਨੂੰ ਕੋਈ ਅੱਖਰ ਵਿਧਾਨ ਘਟਾਉਣ ਦੀ ਅਥਾਰਟੀ ਨਹੀਂ ਹੈ। ਤੇ ਸਾਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ। ਔਰ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਲੱਗਿਆ, ਮੈਂ ਤੁਹਾਡੇ ਨਾਲ ਸਾਂਝਾ ਕੀਤਾ ਬਈ SGPC ਕਿਉਂ ਨਹੀਂ ਪਹਿਰਾ ਦਿੰਦੀ, ਇੱਥੇ ਦੇਣਾ ਚਾਹੀਦਾ। ਆਓ ਸੰਗਤ ਜੀ, ਅਸੀਂ ਆਪਣਾ ਫਰਜ਼ ਪਹਿਚਾਣੀਏ ਕਿ ਅਸੀਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਤੋਂ ਹੀ ਸਾਰੀ ਅਗਵਾਈ ਲਵਾਂਗੇ। ਜਗੀਰ ਸਿੰਘ ਜੀ ਦਾ ਧੰਨਵਾਦ। ਚਲਦੇ ਹਾਂ ਅਗਲੇ ਸਵਾਲ ਵੱਲ। ਅਗਲਾ ਸਵਾਲ ਜਿਹੜਾ ਸੰਗਤ ਜੀ ਬਹੁਤ ਅਹਿਮ ਜੇ। ਅਸੀਂ ਆਮ ਸੁਣਦੇ ਹਾਂ ਜੀ ਫਲਾਣੇ ਨੇ ਵਰ ਦਿੱਤਾ ਜਾਂ ਫਲਾਣੇ ਨੂੰ ਸ਼ਰਾਪ ਦਿੱਤਾ, ਫਲਾਣੀ ਥਾਂ ਤੇ ਚਮਤਕਾਰ ਹੋ ਗਿਆ। ਇਹ ਕੀ ਹੈ? ਗੁਰਬਾਣੀ 'ਚ ਕੀ ਉਪਦੇਸ਼ ਆ? ਸਾਨੂੰ ਸਵਾਲ ਕਰਤਾ ਨੇ ਪੁੱਛਿਆ, ਪਰ ਮੈਂ ਤੇ ਆਪ ਬੜਾ ਇਸ ਗੱਲੋਂ ਅਪਸੈਟ ਹਾਂ ਬਈ ਗੁਰਬਾਣੀ ਵਿੱਚ ਜੋ ਲਿਖਿਆ ਔਰ ਜੋ ਸਾਡਾ ਪ੍ਰੈਕਟੀਕਲ ਜੀਵਨ ਸਾਡੇ ਸਮਾਜ ਦਾ ਕੁਝ ਫਰਕ ਕਿਉਂ ਆ ਗਿਆ? ਅੱਜ ਪ੍ਰਭ ਕੀਰਤਨ ਸਿੰਘ ਜੀ ਕਿਰਪਾ ਕਰਨਗੇ, ਦੱਸਣਗੇ ਵਰ, ਸ਼ਰਾਪ, ਚਮਤਕਾਰ, ਇਹਨਾਂ ਬਾਰੇ ਗੁਰਬਾਣੀ ਦਾ ਕੀ ਉਪਦੇਸ਼। ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੀ, ਜੇ ਅਸੀਂ ਮੈਨੂੰ ਲੱਗਦਾ ਕਿ ਸਾਨੂੰ ਇਸ ਬਹਿਸ ਵਿੱਚ ਨਹੀਂ ਪੈਣਾ ਚਾਹੀਦਾ, ਕਿਉਂਕਿ ਇਹਦੇ ਬਾਰੇ ਵੀ ਕਈ ਲੋਕ ਬੜੇ ਇਮੋਸ਼ਨਲ ਹੋ ਜਾਂਦੇ ਹਨ ਕਿ ਵਰ ਜਾਂ ਸ਼ਰਾਪ ਜਾਂ ਚਮਤਕਾਰ ਇਹ ਹੈ ਵੀ ਹਨ ਜਾਂ ਨਹੀਂ। ਅਸੀਂ ਇਸ ਬਹਿਸ ਵਿੱਚ ਨਹੀਂ ਪੈਂਦੇ। ਜਿੱਥੋਂ ਤੱਕ ਇਸ ਸਵਾਲ ਦਾ ਸੰਬੰਧ ਹੈ, ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਇਹ ਚੀਜ਼ਾਂ ਦੇ ਅਸੀਂ ਉਲਟ ਨਹੀਂ ਆ, ਅਤੇ ਅਗਰ ਹੋਣ ਵੀ ਤਾਂ ਸਾਡਾ ਕੀ ਸਟੈਂਡ ਹੋਣਾ ਚਾਹੀਦਾ, ਸਾਨੂੰ ਇਹ ਸਮਝ ਵਿੱਚ ਹੋਣੀ ਚਾਹੀਦੀ ਹੈ ਗੱਲ। ਇਹ ਹੈ ਜਾਂ ਨਹੀਂ ਹੈ, ਨਹੀਂ ਤਾਂ ਸਤਿਗੁਰੂ ਜਾਣਦੇ ਹਨ ਕਿ ਕੀ ਹੈ। ਗੁਰਬਾਣੀ ਦੇ ਵਿੱਚ ਇਹਨਾਂ ਦਾ ਜ਼ਿਕਰ ਵੀ ਆਉਂਦਾ ਹੈ, ਸੋ ਇਹਦੇ ਉੱਤੇ ਅਸੀਂ ਕੋਈ ਬਹਿਸ ਵਿੱਚ ਨਹੀਂ ਪੈਂਦੇ। ਪਰ ਜੇ ਕੋਈ ਵਿਅਕਤੀ ਭਾਵੇਂ ਕਿੰਨਾ ਵੀ ਆਪਣੇ ਆਪ ਨੂੰ ਮਹਾਨ ਕਿਉਂ ਨਾ ਕਹਿੰਦਾ ਹੋਵੇ ਜਾਂ ਲੋਕ ਉਹਨੂੰ ਕਿੰਨਾ ਮਹਾਨ ਕਿਉਂ ਨਾ ਮੰਨਦੇ ਹੋਣ, ਜਦੋਂ ਵਾਰ ਸਰਾਪਾਂ ਦੇ ਜਾਂ ਚਮਤਕਾਰਾਂ ਦੇ ਚੱਕਰ ਵਿੱਚ ਪੈਂਦਾ ਹੈ ਤਾਂ ਸਾਨੂੰ ਇੱਕ ਗੱਲ ਤਾਂ ਉਹਦੇ ਬਾਰੇ ਕਹਿਣੀ ਜ਼ਰੂਰੀ ਹੋ ਜਾਂਦੀ ਹੈ ਕਿ ਅਜਿਹਾ ਵਿਅਕਤੀ ਜਿਹੜਾ ਹੈ ਉਹ ਅਕਾਲ ਪੁਰਖ ਦੇ ਹੁਕਮ, ਉਹਦੀ ਰਜ਼ਾ, ਉਹਦੇ ਭਾਣੇ ਤੋਂ ਮੁਨਕਰ ਹੈ। ਤਾਂ ਹੀ ਉਹ ਇਹ ਕੰਮ ਕਰ ਸਕਦਾ, ਤਾਂ ਹੀ ਵਾਰ ਦੀ ਗੱਲ ਆ ਸਕਦੀ ਹੈ, ਤਾਂ ਹੀ ਸ਼ਰਾਪ ਦੀ, ਤਾਂ ਹੀ ਚਮਤਕਾਰ ਦੀ ਗੱਲ ਆ ਸਕਦੀ ਹੈ। ਜੇ ਉਹਨਾਂ ਦੇ ਜੋ ਕਰਨ ਵਾਲਾ ਵਿਅਕਤੀ ਹੈ, ਤੋ ਜੇ ਵਿਅਕਤੀ ਨੂੰ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਕੋਈ ਕਹਿੰਦਾ ਹੋਵੇ, ਅਜਿਹੇ ਵਿਅਕਤੀ ਨੂੰ ਅਸੀਂ ਸਿੱਖੀ ਸਿਧਾਂਤਾਂ ਦੇ ਉੱਤੇ ਚੱਲਣ ਵਾਲਾ ਨਹੀਂ ਮੰਨ ਸਕਦੇ। ਅਸੀਂ ਇਹੀ ਮੰਨਾਂਗੇ ਕਿ ਅਜਿਹਾ ਵਿਅਕਤੀ ਆਪਣਾ ਜੀਵਨ ਸਿੱਖੀ ਸਿਧਾਂਤਾਂ ਦੇ ਅਨੁਸਾਰ ਨਹੀਂ ਚਲਾ ਰਿਹਾ। ਬਾਕੀ ਇਤਿਹਾਸ ਦੇ ਵਿੱਚ ਵੀ ਕੁਝ ਇੰਸਟੈਂਸਿਸ ਮੈਂ ਬਿਲਕੁਲ ਪਾਸਿੰਗ ਰੈਫਰੈਂਸ ਆਪ ਜੀ ਨੂੰ ਦੇਣੀ ਚਾਹੁੰਦਾ ਹਾਂ ਕਿ 6ਵੇਂ ਪਾਤਸ਼ਾਹ ਦੇ ਕੋਲ ਜਦੋਂ ਇਸ ਗੱਲ ਦਾ ਜ਼ਿਕਰ ਪਹੁੰਚਿਆ, ਇਸ ਅਜਿਹੀ ਘਟਨਾ ਦਾ ਜ਼ਿਕਰ ਪਹੁੰਚਿਆ, ਤਾਂ ਉਹਨਾਂ ਨੇ ਕਿਹਾ ਕੌਣ ਰੱਬ ਦਾ ਸ਼ਰੀਕ ਜੰਮ ਪਿਆ। ਭਾਵ ਕਿ ਚਮਤਕਾਰ ਦਿਖਾਉਣ ਵਾਲਾ ਜਿਹੜਾ ਇੱਕ ਵਿਅਕਤੀ ਦਾ ਜ਼ਿਕਰ ਇਤਿਹਾਸ ਵਿੱਚ ਪਤਾ ਨਹੀਂ ਠੀਕ ਹੈ ਜਾਂ ਗਲਤ ਹੈ, ਪਰ ਉਹਦੇ ਬਾਰੇ ਉਸ ਇਤਿਹਾਸ ਵਿੱਚ ਵੀ ਇਹ ਲਿਖਿਆ ਹੈ ਕਿ ਸੱਚੇ ਪਾਤਸ਼ਾਹ ਨੇ ਇਹ ਕਿਹਾ ਕਿ ਇਹ ਰੱਬ ਦਾ ਸ਼ਰੀਕ ਹੈ ਜਿਹਨੇ ਇਹੋ ਜਿਹਾ ਕੰਮ ਕਰਨ ਦਾ ਹੀਆ ਕੀਤਾ।
ਇਸੇ ਤਰ੍ਹਾਂ ਹੀ ਇਤਿਹਾਸ ਦੇ ਵਿੱਚ ਇਹ ਵੀ ਗੱਲ ਲਿਖੀ ਹੋਈ ਮਿਲਦੀ ਹੈ ਸਾਨੂੰ ਕਿ 9ਵੇਂ ਪਾਤਸ਼ਾਹ ਨੂੰ ਇਹ ਕਿਹਾ ਗਿਆ ਕਿ ਜੇ ਤੁਸੀਂ ਚਮਤਕਾਰ ਦਿਖਾ ਦਿਓ ਤਾਂ ਤੁਹਾਨੂੰ ਸ਼ਹੀਦ ਨਹੀਂ ਕੀਤਾ ਜਾਏਗਾ, ਪਰ ਸਤਿਗੁਰੂ ਜੀ ਨੇ ਨਾ ਕਰ ਦਿੱਤੀ। ਤਾਂ ਇਹ ਦੋ ਇਤਿਹਾਸ ਦੇ ਵਿੱਚ ਜਿਹੜੇ ਹਵਾਲੇ ਦਰਜ ਹਨ, ਕਿੰਨੇ ਠੀਕ ਹਨ ਕਿੰਨੇ ਗਲਤ ਹਨ ਇਹ ਤਾਂ ਸਤਿਗੁਰੂ ਜਾਣਦੇ ਹਨ, ਪਰ ਇਹ ਵੀ ਇਹੀ ਦਰਸਾਉਂਦੇ ਹਨ ਕਿ ਚਮਤਕਾਰ ਸਾਡੇ ਵਾਸਤੇ ਠੀਕ ਨਹੀਂ ਹਨ, ਜਾਂ ਵਰ ਸਰਾਪ ਚਮਤਕਾਰ ਕਰਾਮਾਤ ਕੁਝ ਵੀ ਅਸੀਂ ਲਫ਼ਜ਼ ਵਰਤ ਲਈਏ, ਇਹ ਸਾਡੇ ਸਿਧਾਂਤਾਂ ਤੇ ਪੂਰੇ ਨਹੀਂ ਉਤਰਦੇ। ਤੋ ਜਪਜੀ ਸਾਹਿਬ ਵਿੱਚ ਅਸੀਂ ਹਰ ਰੋਜ਼ ਪੜ੍ਹਦੇ ਹਾਂ ਕਿ ਸਿੱਖੀ ਦਾ ਜਿਹੜਾ ਪਹਿਲਾ ਅਸੂਲ ਹੈ ਉਹ ਹੁਕਮ ਰਜ਼ਾਈ ਚੱਲਣਾ ਹੈ, ਕਿ ਭਾਵ ਜੇ ਕਿਸੇ ਨੇ ਸਚਿਆਰ ਬਣਨਾ ਹੈ, ਅਕਾਲ ਪੁਰਖ ਤੱਕ ਪਹੁੰਚਣਾ ਹੈ, ਉਹਦੇ ਵਰਗੇ ਬਣਨਾ ਹੈ, ਤਾਂ ਪਹਿਲਾ ਅਸੂਲ ਹੈ ਕਿ ਉਸ ਦੇ ਹੁਕਮ ਦੇ ਵਿੱਚ ਰਾਜ਼ੀ ਰਹੇ। ਤਾਂ ਇਸ ਗੱਲ ਨੂੰ ਜਦੋਂ ਅਸੀਂ ਆਪਣੇ ਧਿਆਨ ਦੇ ਵਿੱਚ ਲਿਆਉਂਦੇ ਹਾਂ ਤਾਂ ਜੋ ਵਿਅਕਤੀ ਇਸ ਅਸੂਲ ਤੇ ਤੁਰਦਾ ਹੈ, ਹੁਕਮ ਰਜ਼ਾਈ ਦੇ ਅਸੂਲ ਦੇ ਉੱਤੇ ਤੁਰਦਾ ਹੈ, ਤਾਂ ਉਹ ਵਰ ਸਰਾਪ ਜਾਂ ਕਰਾਮਾਤ ਦਿਖਾਉਣ ਦੇ ਬਾਰੇ ਤਾਂ ਕਦੀ ਸੋਚ ਵੀ ਨਹੀਂ ਸਕਦਾ। ਉਹਦੀ ਮਤਲਬ ਇਮੇਜਿਨੇਸ਼ਨ ਵਿੱਚ ਵੀ ਨਹੀਂ ਆ ਸਕਦਾ ਕਿ ਉਹ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਕਿਵੇਂ ਚੱਲੇਗਾ ਜੇ ਉਹ ਇਹਨਾਂ ਚੱਕਰਾਂ ਦੇ ਵਿੱਚ ਪਏਗਾ। ਸੋ ਇੱਕ ਸਿੱਖ ਦੇ ਜੀਵਨ ਦਾ ਧੁਰਾ ਜਿਹੜਾ ਹੈ ਉਹ ਅਕਾਲ ਪੁਰਖ ਦੀ ਰਜ਼ਾ ਜਾਂ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਉਹਦਾ ਭਾਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ ਸਿੱਖੀ ਦੇ ਜੀਵਨ ਦਾ ਧੁਰਾ ਹੈ, ਕਿਉਂਕਿ ਇਹ ਸਾਡੇ ਮੁੱਢਲੇ ਸਿਧਾਂਤਾਂ ਦੇ ਵਿੱਚੋਂ ਹੈ। ਸਿੱਖ ਇਤਿਹਾਸ ਵਿੱਚ ਅਸੀਂ ਦੇਖਦੇ ਹਾਂ ਕਿ ਅਨੇਕਾਂ ਗੁਰੂ ਕੇ ਮਹਾਨ ਸਿੱਖਾਂ ਨੇ ਜਿਨ੍ਹਾਂ ਨੂੰ ਅਸੀਂ ਰੋਜ਼ ਯਾਦ ਕਰਦੇ ਹਾਂ, ਉਹਨਾਂ ਨੇ ਸ਼ਹੀਦੀਆਂ ਵੀ ਪਾਈਆਂ, ਬੜੇ ਵਿਖੜੇ ਹਾਲਾਤ ਵਿੱਚ ਵੀ ਰਹੇ, ਪਰ ਕਿਸੇ ਨੇ ਵੀ ਰਜ਼ਾ ਤੋਂ ਮੁੱਖ ਨਹੀਂ ਮੋੜਿਆ, ਹਮੇਸ਼ਾ ਰਜ਼ਾ ਵਿੱਚ ਰਾਜ਼ੀ ਰਹੇ। ਤੋ ਇਸ ਕਰਕੇ ਸਾਨੂੰ ਇਹ ਗੱਲ ਦੇ ਬਾਰੇ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਇਹ ਤਿੰਨੇ ਚੀਜ਼ਾਂ ਜਿਹੜੀਆਂ ਹਨ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ ਹਨ, ਭਾਵ ਕਿ ਵਰ ਸਰਾਪ ਅਤੇ ਕਰਾਮਾਤ ਗੁਰਮਤਿ ਅਸੂਲਾਂ ਅਨੁਸਾਰ ਨਹੀਂ ਹਨ, ਅਤੇ ਕੋਈ ਵੀ ਗੁਰੂ ਕਾ ਸਿੱਖ ਜਾਂ ਆਪ ਐਸਾ ਕੰਮ ਵੀ ਨਹੀਂ ਕਰ ਸਕਦਾ ਤੇ ਨਾ ਹੀ ਅਜਿਹੇ ਕੰਮ ਦੀ ਆਸ ਉੱਤੇ ਉਹ ਆਪਣਾ ਜੀਵਨ ਬਿਤਾ ਸਕਦਾ ਹੈ। ਤੋ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਤਿੰਨੋਂ ਚੀਜ਼ਾਂ ਗੁਰਮਤਿ ਸਿਧਾਂਤਾਂ ਤੇ ਪੂਰੀਆਂ ਨਹੀਂ ਉਤਰਦੀਆਂ ਤੇ ਗੁਰਮਤਿ ਦੇ ਵਿੱਚ ਪ੍ਰਵਾਨ ਨਹੀਂ ਹਨ। ਇਹਨਾਂ ਦੀ ਨਿਖੇਧੀ ਬਾਰ-ਬਾਰ ਕੀਤੀ ਗਈ ਹੈ ਤੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਕੇ ਹੀ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਨਾਲ ਹੀ ਕੋਈ ਵੀ ਸਿੱਖ ਆਪਣੇ ਆਪ ਨੂੰ ਸਿੱਖ ਕਹਿ ਸਕਦਾ ਹੈ ਤੇ ਸਿੱਖੀ ਅਸੂਲਾਂ ਦੇ ਉੱਤੇ ਚੱਲ ਸਕਦਾ ਹੈ। ਇਸ ਤੋਂ ਬਿਨਾਂ ਸਿੱਖੀ ਜੀਵਨ ਦੀ ਹੋਂਦ ਅਸੰਭਵ ਹੈ। ਤੋ ਇਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਹਨ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ ਕਿਹਾ ਜਾ ਸਕਦਾ ਅਤੇ ਇਹ ਪ੍ਰਵਾਨ ਨਹੀਂ ਕੀਤੀਆਂ ਜਾ ਸਕਦੀਆਂ। ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਵੀਰ ਜੀ, ਤੁਸੀਂ ਦਰੁਸਤ ਫਰਮਾਇਆ, ਗੁਰਮਤਿ ਦੀ ਗੱਲ ਦੱਸੀ ਹੈ ਕਿ ਵਾਰ ਸਰਾਪ ਚਮਤਕਾਰ ਜਿਹੜੇ ਨੇ ਇਹਨਾਂ ਦੀ ਕੋਈ ਸਿੱਖ ਮਤ ਵਿੱਚ ਹੋਂਦ ਨਹੀਂ ਹੈ। ਪਰ ਮੇਰੀ ਬੇਨਤੀ ਹੈ ਸਤਿ ਕੀਰਤਨ ਸਿੰਘ ਜੀ ਕਿ ਸਾਡੀਆਂ ਸਟੇਜਾਂ ਤੋਂ ਜਿਸ ਵੇਲੇ ਕਥਾਕਾਰ ਜਾਂ ਵਿਆਖਿਆਕਾਰ ਇਹੋ ਜਿਹੀਆਂ ਗੱਲਾਂ ਦੱਸਣ ਜੀ ਫਲਾਣਾ ਵਾਰ ਆਇਆ, ਫਲਾਣਾ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਉਹ ਵਾਰ ਲੈਣਗੇ, ਜਾਂ ਬੀਬੀ ਭਾਨੀ ਨੇ ਕਿਹਾ ਵੀ ਗੱਦੀ ਘਰ 'ਚ ਰਹਿਣੀ ਚਾਹੀਦੀ ਹੈ, ਮੈਨੂੰ ਇਹ ਦਿਓ, ਇਹਨਾਂ ਬਾਰੇ ਫਿਰ ਕੀ ਜਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸੁਣਾਈਆਂ ਜਾਂਦੀਆਂ ਨੇ ਤੇ ਸੰਗਤਾਂ ਨੂੰ ਕੀ ਭੁਲੇਖਾ ਪਏਗਾ ਜਾਂ ਕਿਉਂ ਕੀਤੀਆਂ ਜਾਂਦੀਆਂ? ਥੋੜਾ ਜਿਹਾ ਹੋਰ ਦੱਸੋ ਜੀ। ਅਸਲ ਵਿੱਚ ਵੀਰ ਜੀ ਉਹ ਜਿਹੜਾ ਸਿੱਖ ਇਤਿਹਾਸ ਹੈ ਇਹ ਸਿੱਖਾਂ ਨੇ ਆਪ ਨਹੀਂ ਲਿਖਿਆ, ਇਹਨਾਂ ਨੂੰ ਜਾਂ ਤੇ ਦੂਜੇ ਧਰਮਾਂ ਵਾਲਿਆਂ ਨੇ ਲਿਖਿਆ ਹੈ ਜਾਂ ਦੂਜੇ ਧਰਮਾਂ ਦੇ ਅਸੂਲਾਂ ਤੋਂ ਪ੍ਰਭਾਵਿਤ ਆਪਣੇ ਆਪ ਨੂੰ ਭਾਵੇਂ ਸਿੱਖ ਹੀ ਕਿਉਂ ਨਾ ਕਹਿੰਦੇ ਹੋਣ, ਉਹਨਾਂ ਨੇ ਲਿਖਿਆ ਹੈ, ਜਿਸ ਕਰਕੇ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਮਿਲਾਵਟਾਂ ਹੋ ਗਈਆਂ। ਮੈਂ ਸਮਝਦਾ ਹਾਂ ਕਿ ਪਿਛਲੇ ਘੱਟ ਤੋਂ ਘੱਟ 300-400 ਸਾਲ ਤੋਂ ਸਿੱਖਾਂ ਦੇ ਸਿਰ ਤੇ ਗੁਰੂ ਦਾ ਇੱਕ ਕਰਜ਼ ਖੜਿਆ ਹੈ ਕਿ ਅਜਿਹੇ ਲਿਖੇ ਹੋਏ ਇਤਿਹਾਸ ਨੂੰ ਪੜ੍ਹ ਕੇ ਉਹਦੀ ਪੜਚੋਲ ਕਰਕੇ ਵਿੱਚ ਜਿਹੜੀਆਂ ਮਿਲਾਵਟਾਂ ਨੇ ਉਹਨਾਂ ਨੂੰ ਬਾਹਰ ਕੱਢ ਕੇ ਪ੍ਰਮਾਣਿਕ ਸਿੱਖ ਇਤਿਹਾਸ ਜਿਹੜਾ ਉਹ ਸਾਨੂੰ ਆਪਣੇ ਵਾਸਤੇ ਅਤੇ ਸੰਗਤ ਵਾਸਤੇ ਅਤੇ ਦਾ ਵਰਲਡ ਐਟ ਲਾਰਜ ਹਰ ਵਿਅਕਤੀ ਮਨੁੱਖ ਮਾਤਰ ਵਾਸਤੇ ਸਾਨੂੰ ਗੁਰੂ ਸਾਹਿਬ ਦਾ ਠੀਕ ਇਤਿਹਾਸ ਜਿਹੜਾ ਉਹ ਪੇਸ਼ ਕਰਨ ਦਾ ਇਹ ਕਰਜ਼ ਸਾਡੇ ਸਿਰ ਦੇ ਉੱਤੇ ਖੜਾ ਹੈ। ਪਰ ਅਫਸੋਸ ਇਹ ਹੈ ਕਿ ਅਸੀਂ ਬਤੌਰ ਸਿੱਖ ਇੰਡੀਵਿਜੂਅਲੀ ਵੀ ਸਾਰੇ ਇਸ ਪੱਖ ਤੋਂ ਵੇਚ ਰਹੇ ਹਾਂ ਤੇ ਜਿਹੜੀਆਂ ਸਾਡੀਆਂ ਮੁੱਖ ਸੰਸਥਾਵਾਂ ਜਾਂ ਛੋਟੀਆਂ ਸੰਸਥਾਵਾਂ ਨੇ ਜਾਂ ਆਪਣੇ ਆਪ ਨੂੰ ਪ੍ਰਚਾਰਕ ਸੰਸਥਾਵਾਂ ਕਹਿਣ ਵਾਲੀਆਂ ਸੰਸਥਾਵਾਂ ਨੇ, ਇਹ ਸਾਰੀਆਂ ਹੀ ਇਹਨਾਂ ਨੇ ਹਾਲੇ ਤੱਕ ਇਸ ਕੰਮ ਨੂੰ ਆਪਣੇ ਹੱਥ ਵਿੱਚ ਨਹੀਂ ਲਿਆ। ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਅੱਗੇ ਕਿ ਸਾਡੀਆਂ ਸੰਸਥਾਵਾਂ ਵੀ ਇਸ ਵਕਤ ਤੋਂ ਸੁਚੇਤ ਹੋਣ ਤੇ ਇਸ ਕੰਮ ਨੂੰ ਆਪਣੇ ਹੱਥ ਵਿੱਚ ਲੈਣ। ਬਾਕੀ ਇੰਡੀਵਿਜੂਅਲ ਲੈਵਲ ਉੱਤੇ ਹਰ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਜੋ ਕੁਝ ਵੀ ਉਹ ਕਰ ਸਕਦਾ ਹੈ ਇਸ ਦੇ ਬਾਰੇ ਉਹ ਕਰੇ
ਤਾਂ ਕਿ ਸਿੱਖ ਇਤਿਹਾਸ ਦੀ ਸੁਧਾਈ ਜਿਹੜੀ ਹੈ ਇਹ ਇੱਕ ਬੜਾ ਅਰਜੈਂਟ ਕੰਮ ਹੈ ਜਿਹੜਾ ਸਾਨੂੰ ਕਰ ਦੇਣਾ ਚਾਹੀਦਾ ਹੈ। ਜਿਹੜਾ ਜੇ ਅਸੀਂ ਨਹੀਂ ਕਰਾਂਗੇ ਤਾਂ ਸਿੱਖ ਇਤਿਹਾਸ ਨੂੰ ਹੀ ਆਧਾਰ ਬਣਾ ਕੇ ਸਿੱਖੀ ਸਿਧਾਂਤਾਂ ਦੇ ਵਿੱਚ ਮਿਲਾਵਟ ਕਰਨ ਦਾ ਯਤਨ ਇਹ ਹੁਣ ਵੀ ਹੋ ਰਿਹਾ ਤੇ ਅੱਗੋਂ ਵੀ ਹੁੰਦਾ ਰਹੇਗਾ। ਤੇ ਉਹ ਸਮਾਂ ਦੂਰ ਨਹੀਂ ਕਿ ਜਦੋਂ ਸਾਨੂੰ ਆਪ ਨੂੰ ਇਹ ਫਰਕ ਕਰਨਾ ਮੁਸ਼ਕਲ ਹੋ ਜਾਏਗਾ ਕਿ ਅਸਲ ਸਿੱਖ ਸਿਧਾਂਤ ਕੀ ਹਨ। ਤਾਂ ਇਸ ਕਰਕੇ ਇਹ ਸਾਡੇ ਸਿਰ ਤੇ ਕਰਜ਼ ਖੜਾ ਹੈ, ਤੁਹਾਡੇ ਸਿਰ ਤੇ ਵੀ ਹੈ, ਮੇਰੇ ਸਿਰ ਤੇ ਵੀ ਹੈ, ਸਾਰਿਆਂ ਦੇ ਸਿਰ ਦੇ ਉੱਤੇ ਹੈ ਕਿ ਅਸੀਂ ਇਹਦੇ ਬਾਰੇ ਕੁਝ ਨਾ ਕੁਝ ਜ਼ਰੂਰ ਕਰੀਏ। ਬਿਲਕੁਲ ਠੀਕ ਹੈ ਵੀਰ ਜੀ, ਧੰਨਵਾਦ। ਤੇ ਸੰਗਤ ਜੀ ਮੈਂ ਬੇਨਤੀ ਕਰਦੇ ਹਾਂ ਕਿ ਇਹ ਵੀਰ ਜੀ ਨੇ ਜਿਹੜੀ ਗੱਲ ਕਹੀ ਹੈ ਇਹ ਹਰੇਕ ਸਿੱਖ ਲਈ ਬੜਾ ਵੱਡਾ ਚੈਲੰਜ ਹੈ। ਜਿਵੇਂ ਉਹਨਾਂ ਨੇ ਦੱਸਿਆ, ਉਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਚੀਜ਼ਾਂ ਮਨਮਤ ਦੀਆਂ ਨੇ ਉਹ ਕਿਤੇ ਗੁਰਮਤ ਨਾਲ ਸਮਝੀਆਂ ਜਾਣ ਪਈਆਂ ਨੇ ਸਾਡੀ ਆਉਣ ਵਾਲੀ ਜਨਰੇਸ਼ਨ 'ਚ। ਸੋ ਸਾਡੇ ਹਰ ਇੱਕ ਦੇ ਮੋਢਿਆਂ ਤੇ ਭਾਰ ਹੈ ਕਿ ਸਿੱਖ ਇਤਿਹਾਸ ਨੂੰ ਪੜ੍ਹੀਏ, ਵਾਚੀਏ, ਤੇ ਕਸਵੱਟੀ ਹੈ ਗੁਰੂ ਗ੍ਰੰਥ ਸਾਹਿਬ ਜੀ। ਜੇ ਗੁਰਬਾਣੀ ਅਨੁਸਾਰ ਜਿਹੜੀ ਚੀਜ਼ ਨਹੀਂ ਹੈ ਉਹ ਗਲਤ ਹੈ, ਭਾਵੇਂ ਕਿਸੇ ਨੇ ਵੀ ਲਿਖੀ ਹੋਵੇ। ਤੋ ਇਹ ਬੜਾ ਇੱਕ ਇਸ ਵੇਲੇ ਬਰਨਿੰਗ ਟੌਪਿਕ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਪਸਾਰ ਹੋਣ ਕਰਕੇ ਫਾਇਦੇ ਮੈਂ ਸਮਝਣਾ ਕੁਝ ਹੋਣਗੇ ਪਰ ਘਾਟੇ ਬੜੇ ਨੇ। ਤੁਸੀਂ YouTube ਤੇ ਦੇਖੋ, ਮੈਂ ਤੇ ਹੈਰਾਨ ਹੋ ਜਾ, ਖੁਦ ਸਾਹਮਣੇ ਆ ਜਾਏਗਾ ਬਈ ਇਹ ਫਲਾਣਾ ਪਾਠ ਕਰੋ ਜੀ ਇੰਨੀ ਵਾਰੀ ਤੇ ਤੁਹਾਨੂੰ ਇੱਕ ਚੰਗੀ ਖਬਰ ਮਿਲੇ। ਮਤਲਬ ਹੈਰਾਨੀ ਦੀ ਗੱਲ ਹੈ, ਚੰਗੀ ਖਬਰ ਮਿਲੇ। ਤੁਸੀਂ ਇਹ ਫਲਾਣਾ ਪਾਠ ਕਰੋ ਜੀ, ਸੌਣ ਲੱਗੇ ਇਸ ਪਾਠ ਨੂੰ ਕਰਕੇ ਸਵੋ, ਸਵੇਰੇ ਤੁਹਾਨੂੰ ਕੋਈ ਫਲਾਣੀ ਚੀਜ਼ ਮਿਲੇਗੀ। ਤੁਹਾਡੀ ਹਰ ਮਨੋਕਾਮਨਾ ਪੂਰੀ ਹੋਏਗੀ ਜੇ ਤੁਸੀਂ ਇਹ ਗੱਲ ਕਰੋਗੇ। ਇਹ ਪਾਠ ਇੰਨਵੀਂ ਵਾਰੀ ਕਰੋ। ਮਤਲਬ ਇਹ ਹੈ ਵੀ ਇੰਨੀਆਂ ਗੱਲਾਂ ਜਿਹੜੀਆਂ 100% ਗੁਰਮਤ ਦੇ ਉਲਟ ਨੇ ਉਹ YouTube ਤੇ ਲੋਕੀ ਪਾ ਰਹੇ ਨੇ। ਔਰ ਦੇਖੋ ਸੰਗਤ ਜਿਹੜੀ ਹੈ, ਆਮ ਸੰਗਤ ਜਿਹੜੀ ਹੈ, ਮਤਲਬ ਹੈ ਵੀ ਜਿਹੜੇ ਵਿਚਾਰਵਾਨ ਨਹੀਂ ਹਨ ਉਹ ਤਾਂ ਸਮਝਦੇ ਠੀਕ ਹੈ ਜੋ ਲਿਖਿਆ ਕਰੀਏ, ਔਰ ਕਰਾਈ ਜਾ ਰਹੇ ਨੇ। ਇਸ ਤੋਂ ਇਲਾਵਾ ਇਹ ਪਿੱਛੇ ਗੱਲ ਚੱਲੀ ਸੀ ਚੁਪਹਿਰਿਆਂ ਦੀ। SGPC ਦੇ ਕੰਟਰੋਲ ਅੰਡਰ ਚੱਲਣ ਵਾਲੇ 20 ਗੁਰਦੁਆਰਿਆਂ 'ਚ ਜੇ ਚੁਪਹਿਰਾ ਕੱਟਿਆ ਜਾਏਗਾ, ਇਹਦੀ ਸਵਾਲ ਅੱਗੇ ਆ ਚੁੱਕਾ ਹੈ। ਔਰ ਮੈਂ ਪਿਛਲੇ ਦਿਨ ਇੱਕ ਗੁਰਦੁਆਰਾ ਸਾਹਿਬ ਤੋਂ ਲੰਘ ਰਿਹਾ ਸੀ, ਉੱਥੇ ਬਾਹਰ ਬੋਰਡ ਲੱਗਿਆ ਕਿ ਹਰ ਐਤਵਾਰ 2 ਵਜੇ ਤੋਂ 4 ਵਜੇ ਤੱਕ ਚੁਪਹਿਰਾ ਕੱਟਿਆ ਜਾਂਦਾ। ਇੱਕ ਹੋਰ ਗੁਰਦੁਆਰਾ ਸਾਹਿਬ ਲੁਧਿਆਣੇ ਦਾ, ਕੱਲ ਅਖਬਾਰ ਵਿੱਚ ਉਹਨਾਂ ਦਾ ਪੂਰਾ ਮਤਲਬ ਡਿਸਪਲੇ ਹੋਇਆ ਸੀ ਵੀ ਹਰ ਐਤਵਾਰ ਜੀ ਫਲਾਣੇ ਇੰਨੇ ਤੋਂ ਇੰਨੇ ਤੱਕ ਚੁਪਹਿਰਾ ਕੱਟਿਆ ਜਾਂਦਾ। ਤੇ ਮੇਰਾ ਮਤਲਬ ਇਹ ਗੱਲਾਂ ਜਿਹੜੀਆਂ ਕੋਈ ਮਤਲਬ ਹੈ ਵੀ ਸਿੱਖ ਨੂੰ ਹੁਕਮ ਹੈ ਸਾਸ ਸਾਸ ਸਿਮਰੋ ਗੋਬਿੰਦ ਮਨ ਉਤਰੀ ਕੀ ਉਤਰੇ ਚ, 8 ਪੈਰ ਸਿਮਰਨ ਦੀ ਗੱਲ ਹੈਗੀ। ਇਹ ਜਿਹੜੀਆਂ ਗੱਲਾਂ ਆ ਰਹੀਆਂ ਨੇ, ਮੈਂ ਇਸ ਕਰਕੇ ਤੁਹਾਡਾ ਸਮਾਂ ਲੈ ਰਿਹਾ ਸੰਗਤ ਜੀ ਕਿ ਅਸੀਂ ਬਹੁਤ ਹੀ ਇਸ ਵੇਲੇ ਦਵੰਦ ਵਿੱਚ ਫਸੇ ਪਏ ਹਾਂ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ, ਦੂਸਰੇ ਪਾਸੇ ਐਡਾ ਜ਼ੋਰ ਸ਼ੋਰ ਨਾਲ ਪ੍ਰਚਾਰ ਹੋ ਰਿਹਾ, ਔਰ ਜਿਹੜੇ ਸੰਪਰਦਾ ਵਾਲੇ ਨੇ ਉਹਨਾਂ ਦੀ ਤੇ ਗੱਲ ਛੱਡੋ, ਕੁਝ ਵੀ ਕਹਿੰਦੇ ਨੇ ਤੇ ਸੰਗਤਾਂ ਮੰਨਣ ਨੂੰ ਤਿਆਰ। ਤੋ ਇੱਕ ਐਸਾ ਵਿਸ਼ਾ ਹੈ ਜਿਹੜਾ ਹਰ ਸਿੱਖ ਨੂੰ ਬੜਾ ਹੀ ਚਿੰਤਾਤੁਰ ਹੋਣਾ ਚਾਹੀਦਾ, ਕਿਉਂਕਿ ਅੱਜ ਸਵਾਲ ਆਇਆ ਤੇ ਮੇਰੇ ਮਨ 'ਚ ਇਹ ਬਲਬਲਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਮੈਂ ਆਸ ਕਰਦਾ ਕਿ ਤੇ ਤੁਸੀਂ ਆਪਣੇ ਕਮੈਂਟ ਵੀ ਦਿਓਗੇ ਬਾਅਦ ਵਿੱਚ, ਔਰ ਇਹਦੇ ਬਾਰੇ ਆਪਾਂ ਕੀ ਕਰਨਾ ਸਾਰਿਆਂ ਨੇ ਉਹ ਵੀ ਦੱਸੋਗੇ। ਔਰ ਇੱਕ ਗੱਲ ਤਾਂ ਬੜੀ ਪੱਕੀ ਹੈ ਜਿਹੜੀ ਵੀਰ ਜੀ ਨੇ ਕਹੀ ਹੈ ਕਿ ਹਰੇਕ ਸਿੱਖ ਜਿਹੜਾ ਹੈ ਉਹ ਇਸ ਦਾ ਰਿਸਪੌਂਸਿਬਲ ਹੈ ਕਿ ਜਿਹੜੇ ਸਾਡੇ ਇਤਿਹਾਸ ਵਿੱਚ ਗਲਤੀਆਂ, ਜਿੱਥੇ ਸਾਡੇ ਵਾਰਿਸ ਸ਼ਰਾਬ ਚਮਤਕਾਰਾਂ ਦੀ ਗੱਲ ਹੈ, ਉਹਨਾਂ ਨੂੰ ਆਪਾਂ ਕਿਵੇਂ ਮਤਲਬ ਉਹਦਾ ਖੰਡਨ ਕਰਨਾ ਹੈ, ਕਿਵੇਂ ਉਹਦੇ ਬਾਰੇ ਅਸੀਂ ਸੰਗਤਾਂ ਨੂੰ ਸੁਚੇਤ ਕਰਨਾ ਹੈ, ਇਹ ਸਾਡਾ ਸਭ ਦਾ ਫਰਜ਼ ਹੈ। ਔਰ ਸਾਨੂੰ ਇਹ ਫਰਜ਼ ਪਹਿਚਾਨਣਾ ਪਏਗਾ, ਨਹੀਂ ਤੇ ਨਿਰਾ ਆਪਾਂ ਜਿਹੜੇ ਬਾਕੀ ਪ੍ਰੋਗਰਾਮ ਕਰ ਰਹੇ ਹਾਂ ਠੀਕ ਹੈ, ਮੁਬਾਰਕ ਨੇ ਪ੍ਰੋਗਰਾਮ, ਪਰ ਤਾਂ ਹੀ ਹੈ ਜੇਕਰ ਸੰਗਤਾਂ ਦੇ ਵਿੱਚ ਸਹੀ ਗੁਰਬਾਣੀ ਦੀ ਜਿਹੜੀ ਓਟ ਆਸਰਾ ਹੈ, ਜੇ ਸਹੀ ਉਹਦੀ ਜਿਹੜੇ ਗੁਰਬਾਣੀ ਦੇ ਉਪਦੇਸ਼ ਨੇ ਉਹਨਾਂ ਤੇ ਸੰਗਤਾਂ ਚੱਲਣਗੀਆਂ। ਨਿਰੇ ਇਕੱਠ ਕਰਨ ਨਾਲ ਇਹ ਕੁਛ ਨਹੀਂ ਬਣਨਾ, ਇਸ ਗੱਲ ਦਾ ਧਿਆਨ ਦੇਣਾ। ਇਹ ਬੜਾ ਲੰਬਾ ਵਿਸ਼ਾ ਹੈ, ਆਪਾਂ ਫਿਰ ਵੀ ਕਦੀ ਵਿਚਾਰਾਂਗੇ। ਵੀਰ ਪ੍ਰਭ ਕੀਰਤਨ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਇਹ ਇੱਕ ਟੌਪਿਕ ਐਸਾ ਸੀ ਜਿਹਦੇ ਬਾਰੇ ਐਕਸਪਲੇਨ ਕਰਨਾ ਮਤਲਬ ਹੈ ਵੀ ਬੜਾ ਤੁਹਾਡੇ ਵਰਗੇ ਸੂਝਵਾਨ ਨਹੀਂ ਕਰ ਸਕਦੇ ਹਨ। ਧੰਨਵਾਦ। ਲਓ ਜੀ, ਅਗਲਾ ਸਵਾਲ ਹੈ ਸੰਗਤ ਜੀ ਕਿ ਸਾਨੂੰ ਇੱਕ ਭੈਣ ਜੀ ਨੇ ਲਿਖਿਆ ਕਿ ਜਿਸ ਵੇਲੇ ਸਹਿਜ ਪਾਠ ਕਰਦੇ ਹਾਂ ਤੇ ਜ਼ਰੂਰੀ ਗੱਲ ਹੈ ਵੀ ਅਸੀਂ ਕੁਝ ਪੰਨੇ ਕੀਤੇ 2 4 10 20 ਤੇ ਉਸ ਤੋਂ ਬਾਅਦ ਉਹਨੂੰ ਮਤਲਬ ਹੈ ਵਿੱਚ ਕੋਈ ਨਿਸ਼ਾਨੀ ਰੱਖ ਸਕਦੇ ਹਾਂ ਤਾਂ ਜੇ ਅਗਲੇ ਦਿਨ ਜਾਂ ਨੈਕਸਟ ਟਾਈਮ ਜਦ ਆਪਾਂ ਕਰਨਾ ਹੈ ਉਹ ਤੋਂ ਸ਼ੁਰੂ ਕਰ ਦਈਏ। ਭਾਵੇਂ ਹੈ ਕਿ ਪੱਤਰਿਆਂ ਦੇ ਵਿੱਚ ਕੋਈ ਨਿਸ਼ਾਨੀ ਜਿਹਨੂੰ ਬੁੱਕਮਾਰਕ ਕਰਨੇ ਵਗੈਰਾ ਰੱਖ ਸਕਦੇ ਹਾਂ ਜਾਂ ਨਹੀਂ ਰੱਖ ਸਕਦੇ। ਹਾਂਜੀ ਸਾਹਿਬ ਤੇਜਿੰਦਰ ਸਿੰਘ ਜੀ, ਤੁਸੀਂ ਇਹਦੇ ਬਾਰੇ ਦੱਸੋ ਵੀ ਗੁਰਮਤਿ ਕੀ ਕਹਿੰਦੇ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਇੱਕ ਬਹੁਤ ਮਹੱਤਵਪੂਰਨ ਸਵਾਲ ਹੈ, ਕਿਉਂਕਿ ਇਸ ਦਾ ਹਰ ਕਿਸੇ ਦੇ ਨਾਲ ਸੰਬੰਧ ਹੈ। ਕਿਉਂਕਿ ਹਰ ਸਿੱਖ ਨੂੰ ਹਦਾਇਤ ਹੈ ਕਿ ਹਰ ਸਿੱਖ ਨੂੰ ਰਹਿਤ ਮਹਿਰਾਜ ਅਨੁਸਾਰ ਹਦਾਇਤ ਹੈ ਕਿ ਸਹਿਜ ਪਾਠ ਕਰਦੇ ਰਹਿਣਾ ਚਾਹੀਦਾ ਹੈ। ਤੇ ਸਹਿਜ ਪਾਠ ਕਰਨ ਲੱਗਿਆ ਸਾਡਾ ਧਿਆਨ ਅਗਰ ਸਹਿਜ ਪਾਠ ਵਿੱਚ ਨਹੀਂ ਹੈ, ਸਹਿਜ ਪਾਠ ਦੇ ਅਰਥ ਬੋਧ ਵੱਲ ਨਹੀਂ ਹੈ, ਤੇ ਫਿਰ ਸਾਡਾ ਸਹਿਜ ਪਾਠ ਕੀਤਾ ਹੋਇਆ ਕਿਸੇ ਅਰਥ ਨਹੀਂ ਹੋਏਗਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਜੋ ਜਾਂ ਪੋਥੀ ਸਾਹਿਬ ਤੋਂ ਪਾਠ ਕਰਨ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਕੋਈ ਵੀ ਨਿਸ਼ਾਨੀ ਜਿਹੜੀ ਹੈ ਉਹ ਉਸ ਪਾਠ ਦੇ ਵਿੱਚ ਪੰਨਿਆਂ ਦੇ ਵਿੱਚ ਨਹੀਂ ਰੱਖ ਸਕਦੇ। ਕਿਉਂਕਿ ਮੰਨ ਲਓ ਮੈਂ ਮੰਨਦਾ ਕਿ ਮੈਂ ਅੱਜ ਇੱਕ ਪਾਠ ਸ਼ੁਰੂ ਕੀਤਾ ਹੈ ਤੇ ਮੇਰੇ ਘਰ ਤੋਂ ਬਾਅਦ ਮੇਰੀ ਵਾਈਫ ਨੇ ਕਰਨਾ ਹੈ ਪਾਠ, ਮੇਰੇ ਬੱਚੇ ਨੇ ਕਰਨਾ ਹੈ, ਤੇ ਅਸੀਂ ਸਾਰੇ ਅਲੱਗ-ਅਲੱਗ ਆਪਣੀਆਂ ਨਿਸ਼ਾਨੀਆਂ ਵਿੱਚ ਰੱਖੀ ਜਾਵਾਂਗੇ ਤੇ ਫਿਰ ਕਨਫਿਊਜ਼ਨ ਹੋ ਜਾਏਗਾ। ਫਿਰ ਨਾਂ ਲਿਖਣਾ ਪਏਗਾ ਕਿ ਇਹ ਮੇਰੇ ਪਾਠ ਦਾ ਪੰਨਾ ਹੈ ਤੇ ਇਹ ਫਲਾਣੇ ਕਾਕੇ ਦਾ ਤੇ ਇਹ ਬੀਬੀ ਦਾ ਹੈ। ਮੈਂ ਐਸਾ ਦੇਖਦਾ ਜੀ ਕਿ ਸਾਡੇ ਬੜੇ ਪਰਮ ਮਿੱਤਰ ਹਨ, ਉਹਨਾਂ ਦੇ ਪਰਿਵਾਰ ਦੇ ਵਿੱਚ ਲਗਾਤਾਰ ਕਈ ਸਾਲਾਂ ਤੋਂ ਜਿਹੜਾ ਹੈ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਹੁੰਦਾ ਆ ਰਿਹਾ ਹੈ। ਤੇ ਇੱਕ ਭਰਾ ਉੱਪਰ ਰਹਿੰਦਾ, ਇੱਕ ਭਰਾ ਥੱਲੇ ਰਹਿੰਦਾ ਜੀ। ਉਹ ਵਿਚਕਾਰ ਜੇ ਉਹਨਾਂ ਨੇ ਇੱਕ ਕਮਰਾ ਬਣਾਇਆ ਹੈ, ਰੂਪ ਬਣਾਇਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਉਤਲਾ ਭਰਾ ਥੱਲੇ ਉਤਰਦਾ ਹੈ ਤੇ ਉਹ ਪਾਠ ਕਰਕੇ ਥੱਲੇ ਉਸਨੇ ਇੱਕ ਡਾਇਰੀ ਰੱਖੀ ਹੋਈ ਹੈ, ਉਸ ਦੇ ਵਿੱਚ ਉਹ ਆਪਣਾ ਅੰਕ ਨੰਬਰ ਲਿਖ ਕਰਕੇ, ਸਮਾਂ ਲਿਖ ਕਰਕੇ ਤੇ ਉਹ ਚਲਾ ਜਾਂਦਾ ਹੈ। ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਪਾਠ ਕਰਨ ਵਾਲਾ ਹੈਗਾ, ਭਰਾ ਆਇਆ ਹੈ ਜਾਂ ਭੈਣ ਆਈ ਹੈ ਜਾਂ ਭਰਜਾਈ ਆਈ ਹੈ, ਕੋਈ ਵੀ ਆਈ ਹੈ, ਉਹਨੇ ਆ ਕੇ ਉਹ ਡਾਇਰੀ ਖੋਲਣੀ ਹੈ ਤੇ ਡਾਇਰੀ ਤੋਂ ਜਿੱਥੇ ਪੰਨਾ ਲਿਖਿਆ ਆਇਆ ਉਸ ਤੋਂ ਅੱਗੇ ਪਾਠ ਕਰਨਾ ਸ਼ੁਰੂ ਕਰ ਦੇਣਾ। ਤੇ ਇੱਕ ਹੋਰ ਬੜੀ ਮੈਂ ਦੇਖਿਆ ਕਿ ਆਮ ਘਰਾਂ ਦੇ ਵਿੱਚ ਜਿਹੜੇ ਪਾਠ ਕਰਨ ਵਾਲੇ ਨੇ, ਅਸੀਂ ਤਾਂ ਨਿਸ਼ਾਨੀਆਂ ਦੀ ਗੱਲ ਕਰ ਰਹੇ ਹਾਂ, ਲੇਕਿਨ ਮੈਂ ਦੇਖੇ ਨੇ ਕਿ ਜਿਹੜੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਪਣ ਜਾਂ ਟੀਕਾ ਹੋਰ ਜਿਹੜੀ ਮਦਦ ਵਾਸਤੇ ਨਾਲ ਰੱਖਦੇ ਹਨ, ਤੇ ਉਹ ਡਾਇਰੀ ਵਿੱਚ ਨੋਟ ਕਰਦੇ ਜਾਂਦੇ ਹਨ ਵੀ ਅੱਜ ਸਹਿਜ ਪਾਠ ਕਰਨ ਲੱਗਿਆ ਕਿ ਕਿੰਨੇ ਮੁਸ਼ਕਲ ਲਫ਼ਜ਼ ਆਏ ਹਨ, ਜਾਂ ਉਸ ਪਾਠ ਨੂੰ ਕਰਨ ਲੱਗਿਆ ਉਹਨਾਂ ਨੂੰ ਅੱਜ ਕਿਹੜੀ ਨਵੀਂ ਜਿਹੜੀ ਹੈ ਸੋਚ ਪ੍ਰਾਪਤ ਹੋਈ ਹੈ, ਤੇ ਉਹ ਨਾਲ ਆਪਣੀ ਡਾਇਰੀ ਦੇ ਵਿੱਚ ਅਲੱਗ ਡਾਇਰੀ ਵਿੱਚ ਲਿਖਦੇ ਰਹਿੰਦੇ ਹਾਂ। ਤਾਂ ਕਰਨ ਵਾਲਾ ਕੰਮ ਤੇ ਇਹ ਹੈਗਾ ਕਿ ਸਹਿਜ ਪਾਠ ਦੇ ਵਿੱਚੋਂ ਅਸੀਂ ਲਾਹਾ ਲੈਣਾ ਹੈ, ਜੀਵਨ ਜਾਚ ਢੂੰਡਣੀ ਉਹਦੇ ਅੰਦਰੋਂ, ਆਤਮਿਕ ਰਸ ਲੈਣਾ ਹੈਗਾ। ਤਾਂ ਇਸ ਕਰਕੇ ਮੈਂ ਸਮਝਦਾ ਹਾਂ ਕਿ ਕੋਈ ਵੀ ਨਿਸ਼ਾਨੀ ਰੱਖਣੀ ਹੈ ਡਿਟਰੈਕਸ਼ਨ ਹੈਗੀ ਹੈ। ਤਾਂ ਇਸ ਕਰਕੇ ਸਾਨੂੰ ਇਹ ਡਿਟਰੈਕਸ਼ਨ ਜਿਹੜੀ ਹੈ ਉਹ ਪਾਠ ਦੇ ਵਿੱਚ ਨਹੀਂ ਰੱਖਣੀ ਚਾਹੀਦੀ, ਤੇ ਆਪਣੇ ਤੋਂ ਵੱਧ ਲਾਹਾ ਲੈਣ ਵਾਸਤੇ ਥੱਲੇ ਪੀੜਾ ਸਾਹਿਬ ਦੇ ਥੱਲੇ ਇੱਕ ਡਾਇਰੀ ਰੱਖਣੀ ਚਾਹੀਦੀ ਹੈ। ਉਸ ਡਾਇਰੀ 'ਚ ਬਕਾਇਦਾ ਡੇਟ ਪਾ ਕਰਕੇ ਤੇ ਅੱਗੇ ਟਾਈਮ ਲਿਖ ਕਰਕੇ, ਪੰਨਾ ਲਿਖ ਕਰਕੇ ਦੂਸਰੇ ਜਿਸਨੇ ਪਾਠ ਕਰਨਾ ਉਹਦੇ ਵਾਸਤੇ ਛੱਡਣਾ ਚਾਹੀਦਾ। ਜੇ ਨਾ ਵੀ ਕੋਈ ਹੋਰ ਪਾਠ ਕਰਨ ਵਾਲਾ ਤੇ ਆਪ ਪਤਾ ਲੱਗ ਜਾ ਵੀ ਅੱਜ ਇਹਨੇ ਜਿਹੜੇ ਹਨ ਉਹ ਮੈਂ ਪੰਨੇ ਕੀਤੇ ਹਨ, ਤੇ ਉਸ ਤੋਂ ਬਾਅਦ ਮੈਂ ਅੱਗੋਂ ਕਿੱਥੋਂ ਆਰੰਭ ਕਰਨਾ ਹੈ। ਤਾਂ ਆਸ ਹੈ ਜਿਨ੍ਹਾਂ ਨੇ ਸਵਾਲ ਕੀਤਾ ਉਹਨਾਂ ਨੂੰ ਇਸ ਸੂਚਨਾ ਮਿਲ ਗਈ ਹੋਏਗੀ। ਇਸ ਦੇ ਬਾਰੇ ਹੋਰ ਵੀ ਕੋਈ ਸੁਚੱਜੀ ਜਿਹੜੀ ਹੈ ਰਾਏ ਰੱਖਦਾ ਹੋਵੇ ਤੇ ਉਹ ਜ਼ਰੂਰ ਸਾਂਝੀ ਕਰ ਸਕਦਾ ਹੈ ਜੀ। ਹੋਈਆਂ ਗਲਤੀਆਂ ਦੀ ਭੁੱਲਾਂ ਮਾਂ ਮੰਗਦੇ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਤੁਸੀਂ ਬੜੀ ਕਮਾਲ ਦੀ ਉਦਾਹਰਣ ਦਿੱਤੀ ਹੈ, ਬਈ ਸਹਿਜ ਪਾਠ ਕਰਦੇ ਨੇ ਤੇ ਨਾਲ ਦਰਪਣ ਰੱਖਦੇ ਨੇ ਤੇ ਹਰ ਰੋਜ਼ ਨੋਟ ਕਰਦੇ ਨੇ ਵੀ ਕਿਹੜੇ ਔਖੇ ਸ਼ਬਦ ਆਏ ਔਰ ਕੀ ਨਵੀਂ ਗੱਲ ਜਿਹੜੀ ਲੱਗੀ। ਦੇਖੋ ਜੀ ਇਹ ਗੱਲ ਦਾ ਮਤਲਬ ਇਹ ਹੈ ਕਿ ਫਿਰ ਸਹਿਜ ਪਾਠ ਕਰਨ ਦਾ ਹੀ ਲਾਭ ਹੈ। ਅਦਰਵਾਈਜ਼ ਜੇ ਸਿਰਫ ਆਪਾਂ ਉਹ ਕਰੀ ਜਾਣਾ, ਪਾਠ ਕਰੀ ਜਾਣਾ, ਸਮਝਣਾ ਕੁਝ ਨਹੀਂ, ਤੇ ਫਿਰ ਕੋਈ ਬਹੁਤਾ ਲਾਭ ਨਹੀਂ ਹੈ। ਤਾਂ ਲਾਭ ਤੇ ਇਹੀ ਹੈ ਕਿ ਸਾਨੂੰ ਪਤਾ ਲੱਗੇ ਕਿ ਕਿਹੜਾ ਨਵਾਂ ਅੱਖਰ ਸਿੱਖਿਆ, ਕਿਹੜੀ ਨਵੀਂ ਸੋਚ ਆਈ ਹੈ, ਕਿੱਥੇ ਅਸੀਂ ਗਲਤੀ ਕਰਦੇ ਸਾਂ ਹੁਣ ਠੀਕ ਹੋਈ ਹੈ, ਉਹ 'ਚ ਨੋਟ ਕੀਤੀ ਜਾਏ। ਇਹ ਇੱਕ ਬਹੁਤ ਹੀ ਵਧੀਆ ਗੱਲ ਤੁਸੀਂ ਦੱਸੀ ਹੈ, ਇਹ ਸਾਨੂੰ ਸਾਰਿਆਂ ਨੂੰ ਫੋਲੋ ਕਰਨੀ ਚਾਹੀਦੀ। ਬਾਕੀ ਜਿੱਥੋਂ ਤੱਕ ਸਵਾਲ ਦਾ ਤਲਕ ਹੈ ਉਹਦਾ ਉੱਤਰ ਤੁਸੀਂ ਬਿਲਕੁਲ ਠੀਕ ਦਿੱਤਾ ਹੈ ਕਿ ਨਿਸ਼ਾਨੀਆਂ ਨਹੀਂ ਰੱਖਣੀਆਂ, ਇੱਕ ਡਾਇਰੀ ਰੱਖੋ, ਡਾਇਰੀ ਵਿੱਚ ਕੀਤਾ ਜਾਏ। ਇੱਕ ਹੋਰ ਮਤਲਬ ਆ ਵੀ ਮੈਨੂੰ ਗਰੁੱਪ ਮਿਲਿਆ, ਉਹ ਕੀ ਕਰਦੇ ਨੇ ਕਿ ਉਹਨਾਂ WhatsApp ਗਰੁੱਪ ਬਣਾਇਆ, ਜਿਹੜਾ ਪਾਠ ਕਰਦਾ ਉਹਦੇ ਤੇ ਲਿਖਣ ਦਾ ਪੰਨਾ ਲਿਖ ਦਿੰਦਾ, ਅਗਲੀ ਤੁਕ ਲਿਖ ਦਿੰਦਾ, ਜਿਹੜਾ ਦੂਜਾ ਕਰਦਾ ਉਹ ਕਰ ਦਿੰਦਾ, ਉਹ ਫਿਰ WhatsApp ਗਰੁੱਪ ਤੇ ਸਾਰਾ ਕੁਝ ਆ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਤੇ ਵੀ ਰਿਕਾਰਡ ਕਰ ਲਓ ਪਰ ਵਿੱਚ ਨਿਸ਼ਾਨੀਆਂ ਨਹੀਂ ਰੱਖਣੀਆਂ। ਧੰਨਵਾਦ ਵੀ ਤੇਜਿੰਦਰ ਸਿੰਘ ਜੀ, ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਤੋ ਸੰਗਤ ਜੀ ਅਗਲਾ ਸਵਾਲ ਜਿਹੜਾ ਹੈ ਇਹ ਬਹੁਤ ਖਾਸ ਹੈ ਤੇ ਉੱਤਰ ਵੀ ਦੇ ਰਹੇ ਨੇ ਸਾਡੇ ਖਾਸ ਸਰਦਾਰ ਫੂਲਾ ਸਿੰਘ, ਕਿਉਂਕਿ ਇਹ ਇਹਨਾਂ ਨੂੰ ਜਿਹੜੀ ਪੰਜਾਬੀ ਦੀ ਮੁਹਾਰਤ ਹੈ, ਅਸੀਂ ਬੜੀਆਂ ਗੱਲਾਂ ਇਹਨਾਂ ਤੋਂ ਸਿੱਖਦੇ ਹਾਂ। ਤੋ ਅੱਜ ਜਿਹੜਾ ਸਵਾਲ ਹੈ ਉਹ ਹੈ ਗੁਰਮੁਖੀ ਅੱਖਰ ਕਦੋਂ ਤੋਂ ਹੋਂਦ ਵਿੱਚ ਆਏ, ਇਹ ਸਾਨੂੰ ਇਹਦੇ ਬਾਰੇ ਦੱਸਣ।
ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਵਾਲ ਹੈ ਕਿ ਗੁਰਮੁਖੀ ਅੱਖਰਾਂ ਬਾਰੇ, ਜਿਸ ਦਾ ਪੰਜਾਬੀ ਬੋਲੀ ਨਾਲ ਬਹੁਤ ਸੰਬੰਧ ਹੈ। ਮਨੁੱਖ ਦੇ ਮਨੋਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਵਰਤੇ ਸ਼ਬਦਾਂ ਤੇ ਵਾਕਾਂ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ। ਖਿਆਲ ਜਾਂ ਵਿਚਾਰ ਇੱਕ ਭਾਰੀ ਤਾਕਤ ਹੈ। ਜਦੋਂ ਇਹ ਬੋਲੀ ਦੀ ਸ਼ਕਲ ਵਿੱਚ ਪੈਦਾ ਹੁੰਦੀ ਹੈ ਤੇ ਲਿਪੀ ਦੀ ਪੁਸ਼ਾਕ ਪਹਿਨ ਕੇ ਸਾਵਧਾਨ ਹੁੰਦੀ ਹੈ ਤਾਂ ਜੁਗਾਂ ਜੁਗਾਂ ਤੱਕ ਦਿਮਾਗੀ ਤਰਥੱਲੀ ਪੈਦਾ ਕਰਦੀ ਰਹਿੰਦੀ ਹੈ। ਅੱਜ ਲਿਪੀ ਦੇ ਆਸਰੇ ਤੋਂ ਬਿਨਾਂ ਖਿਆਲ ਕਹੋ ਜਾਂ ਬੋਲੀ ਨੂੰ ਆਪਣੇ ਜਨਮ ਕਾਲ ਤੋਂ ਬਾਅਦ ਇੱਕ ਛਿਨ ਵੀ ਜਿਉਣਾ ਅਸੰਭਵ ਸੀ ਅਤੇ ਮਨੁੱਖ ਲਈ ਹਜ਼ਾਰਾਂ ਵਰ੍ਹਿਆਂ ਦੇ ਤਜਰਬੇ ਤੇ ਗਿਆਨ ਦੇ ਸਿੱਟੇ ਪ੍ਰਾਪਤ ਕਰਨੇ ਦੁਰਲੱਭ ਹੋ ਜਾਣੇ ਸਨ। ਸੋ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਜਾਂ ਗੁਰਮੁਖੀ ਅੱਖਰ ਦੋ ਵੱਖ-ਵੱਖ ਇਕਾਈਆਂ ਹਨ। ਪੰਜਾਬੀ ਬੋਲੀ ਦੇ ਨਿਕਾਸ ਬਾਰੇ ਵਿਦਵਾਨਾਂ ਵਿੱਚ ਮਤਭੇਦ ਹੈ, ਪਰ ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਇੰਡੋ ਯੂਰਪੀਅਨ ਵੰਸ਼ ਦੀ ਭਾਸ਼ਾ ਵੈਦਿਕ ਹੀ ਜਨਮਦਾਤਾ ਹੈ। ਇਸ ਪੁਰਾਣੀ ਬੋਲੀ ਦਾ ਨਮੂਨਾ ਰਿਗਵੇਦ ਵਿੱਚੋਂ ਮਿਲਦਾ ਹੈ, ਜਿਸ ਦੀ ਰਚਨਾ 1500 ਈਸਵੀ ਪੂਰਬ ਵਿੱਚ ਪੰਜਾਬ ਦੇ ਦਰਿਆਵਾਂ ਵਿੱਚ ਹੋਈ। ਵੈਦਿਕ ਤੋਂ ਸੰਸਕ੍ਰਿਤ, ਪਾਲੀ, ਪ੍ਰਾਕਿਰਤਾਂ, ਅਪਭ੍ਰੰਸ਼ ਦੇ ਰੂਪ ਵਿੱਚ ਵਿਕਸਿਤੀਆਂ ਹੋਈਆਂ ਪੰਜਾਬੀ, ਬੰਗਾਲੀ, ਉੜੀਆ, ਮਰਾਠੀ ਅੱਜ ਦੇ ਰੂਪ ਵਿੱਚ ਪਹੁੰਚੀਆਂ। ਹਰ ਬੋਲੀ ਦੇ ਇੱਕ ਤੋਂ ਵੱਧ ਰੂਪ ਹੁੰਦੇ ਹਨ। ਇਹਨਾਂ ਰੂਪਾਂ ਨੂੰ ਉਪਬੋਲੀਆਂ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਪੰਜਾਬੀ ਬੋਲੀ ਦੀਆਂ ਉਪਬੋਲੀਆਂ ਮਾਝੀ, ਦੁਆਬੀ, ਮਲਵਈ, ਪੋਠੋਹਾਰੀ, ਪੁਆਧੀ, ਪਟਿਆਣੀ ਤੇ ਡੋਗਰੀ ਆਦਿ ਹਨ। ਇਹ ਸਾਰੀਆਂ ਬੋਲੀਆਂ ਅਪਭ੍ਰੰਸ਼ਾਂ ਤੋਂ ਬਣੀਆਂ ਅਤੇ 1000 ਈਸਵੀ ਤੋਂ ਪਿੱਛੋਂ ਇਸ ਆਧੁਨਿਕ ਰੂਪ ਵਿੱਚ ਆਈਆਂ ਹਨ। ਪੰਜਾਬੀ ਬੋਲੀ ਦੀਆਂ ਕੁਝ ਵਿਸ਼ੇਸ਼ਤਾਵਾਂ ਵੀ ਹਨ। ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੀਆਂ 14 ਪ੍ਰਮੁੱਖ ਬੋਲੀਆਂ ਵਿੱਚੋਂ ਪੰਜਾਬੀ ਵੀ ਇੱਕ ਹੈ। ਪੰਜਾਬੀ ਭਾਸ਼ਾ ਬੜੀ ਸਰਲ ਤੇ ਸਪਸ਼ਟ ਸੁਭਾਅ ਦੀ ਮਾਲਕ ਹੈ। ਪੰਜਾਬੀ ਬੋਲੀ ਦੀ ਪਾਚਨ ਸ਼ਕਤੀ ਬਹੁਤ ਹੈ। ਇਸ ਨੇ ਅੰਗਰੇਜ਼ੀ, ਅਰਬੀ, ਫਾਰਸੀ, ਹਿੰਦੀ ਅਤੇ ਹੋਰ ਬੋਲੀਆਂ ਦੇ ਸ਼ਬਦ ਆਪਣੇ ਵਿੱਚ ਸਮੋ ਲਏ ਹਨ। ਪੰਜਾਬੀ ਬੋਲੀ ਦੀ ਆਪਣੀ ਲਿਪੀ ਗੁਰਮੁਖੀ ਹੈ। ਗੁਰਮੁਖੀ ਲਿਪੀ ਜਾਂ ਗੁਰਮੁਖੀ ਅੱਖਰ ਪੰਜਾਬ ਵਿੱਚ ਪ੍ਰਚਲਿਤ ਲਿਪੀਆਂ ਸ਼ਾਰਦਾ, ਟਾਕਰੀ, ਲੰਡੇ ਤੇ ਗੁਰਮੁਖੀ ਆਦਿ ਸਨ। ਕਸ਼ਮੀਰ ਦੇ ਲੋਕ ਸ਼ਾਰਦਾ ਦੇਵੀ ਦੇ ਜ਼ਿਆਦਾ ਉਪਾਸ਼ਕ ਹੁੰਦੇ ਸਨ, ਇਸ ਲਈ ਇਹਨਾਂ ਵੱਲੋਂ ਵਰਤੀ ਜਾਣ ਵਾਲੀ ਲਿਪੀ ਦਾ ਨਾਂ ਸ਼ਾਰਦਾ ਪੈ ਗਿਆ। ਇਹ ਲਿਪੀ 10ਵੀਂ ਸਦੀ ਦੇ ਆਸ-ਪਾਸ ਹੋਂਦ ਵਿੱਚ ਆਈ ਤੇ ਇਸ ਦਾ ਪ੍ਰਚਾਰ ਕਸ਼ਮੀਰ ਤੇ ਪੰਜਾਬ ਵਿੱਚ ਰਿਹਾ। ਟਾਕਰੀ ਲਿਪੀ ਪਹਾੜੀ ਰੂਪ ਹੈ ਜੋ ਜੰਮੂ ਤੇ ਪੰਜਾਬ ਦੇ ਉੱਤਰ ਵੱਲ ਦੇ ਪਹਾੜੀ ਇਲਾਕੇ ਵਿੱਚ ਪ੍ਰਚਲਿਤ ਹੈ। ਲੰਡੇ ਇਹਨਾਂ ਸ਼ਾਰਦਾ, ਟਾਕਰੀ ਆਦਿ ਲਿਪੀਆਂ ਤੋਂ ਇਲਾਵਾ ਪੰਜਾਬ ਦੇ ਵਪਾਰੀਆਂ ਵਿੱਚ ਲੰਡੇ ਜਾਂ ਮਹਾਜਨੀ ਲਿਪੀ ਦਾ ਬਹੁਤ ਵਰਤਾਰਾ ਰਿਹਾ ਹੈ। ਵਪਾਰੀ ਲੋਕ ਸਮੇਂ ਤੇ ਮਿਹਨਤ ਦੀ ਬਚਤ ਲਈ ਅੱਖਰਾਂ ਉੱਤੇ ਨਾ ਲੀਕਾਂ ਖਿੱਚਦੇ ਸਨ ਤੇ ਨਾ ਹੀ ਲਗਾ ਮਾਤਰਾ ਲਾਉਂਦੇ ਸਨ। ਗੁਰਮੁਖੀ ਲਿਪੀ ਗੁਰਮੁਖੀ ਲਿਪੀ ਨਾ ਤਾਂ ਭਾਵੇਂ 500-400 ਸਾਲ ਤੋਂ ਵੱਧ ਪੁਰਾਣਾ ਨਾ ਹੋਵੇ, ਪਰੰਤੂ ਇਸ ਲਿਪੀ ਦੇ ਅੱਖਰ ਬਹੁਤ ਪੁਰਾਣੇ ਹਨ। ਉੱਤਰੀ ਭਾਰਤ ਦੀਆਂ ਵਰਤਮਾਨ ਲਿਪੀਆਂ ਵਧੇਰੇ ਕਰਕੇ ਬ੍ਰਹਮੀ ਲਿਪੀ ਤੋਂ ਹੀ ਵਿਕਸਿਤ ਹੋਈਆਂ ਹਨ। ਬ੍ਰਹਮੀ ਤੋਂ ਗੁਪਤਾ ਲਿਪੀ ਤੇ ਗੁਪਤਾ ਤੋਂ ਕੁਟਲ ਤੇ ਸਿਧੰ ਲਿਪੀ ਦੇ ਅੱਖਰਾਂ ਤੋਂ ਅੱਗੇ ਸ਼ਾਰਦਾ, ਟਾਕਰੀ ਤੇ ਗੁਰਮੁਖੀ ਆਦਿ ਦਾ ਵਿਕਾਸ ਹੋਇਆ। ਚੀਨੀਆਂ ਨੇ ਸਿਧੰ ਲਿਪੀ ਨੂੰ ਬਹੁਤ ਸੁੰਦਰ ਤਰੀਕੇ ਨਾਲ ਲਿਖ ਕੇ ਰੱਖਣ ਤੇ ਸੰਭਾਲਣ ਦਾ ਉਪਰਾਲਾ ਕੀਤਾ ਹੈ। ਸਿਧੰ ਲਿਪੀ ਜਾਂ ਸਿੱਧ ਮਾਤ੍ਰਿਕਾ ਦੀ ਪੂਰੀ ਵਰਣਮਾਲਾ ਦਾ ਉਤਾਰਾ ਡਾਕਟਰ ਰਘਵੀਰ ਨੇ ਆਪਣੇ ਇੱਕ ਲੇਖ ਵਿੱਚ ਦਿੱਤਾ ਸੀ। ਇਹਨਾਂ ਅੱਖਰਾਂ ਨੂੰ ਵੇਖ ਕੇ ਤਸੱਲੀ ਤੇ ਹੈਰਾਨੀ ਵੀ ਹੁੰਦੀ ਹੈ ਕਿ ਗੁਰਮੁਖੀ ਲਿਪੀ ਵਾਲੇ ਅੱਖਰ ਕਿੰਨੇ ਪ੍ਰਾਚੀਨ ਤੇ ਕਿੰਨੇ ਅਜੋਕੇ ਅੱਖਰਾਂ ਨਾਲ ਹੂਬਹੂ ਮੇਲ ਖਾਂਦੇ ਹਨ। ਗੁਰਮੁਖੀ ਲਿਪੀ ਦੇ ਲਗਭਗ 24 ਅੱਖਰ ਸਿਧੰ ਲਿਪੀ ਦੇ ਅੱਖਰਾਂ ਨਾਲ ਮੇਲ ਖਾਂਦੇ ਹਨ। ਪ੍ਰਾਚੀਨ ਸਮੇਂ ਆਮ ਪਾਠਸ਼ਾਲਾ ਵਿੱਚ ਅੱਖਰਾਂ ਦੀ ਸਿੱਖਿਆ ਦੇਣ ਤੋਂ ਪਹਿਲਾਂ ਮੰਗਲਾਚਰਨ ਵਜੋਂ ਓਮ, ਨਮੋ, ਸਿਧੰ,
ਦਾ ਮੰਤਰ ਰਟਾਇਆ ਜਾਂਦਾ ਸੀ। ਇਸ ਦਾ ਪੁਰਾਣਾ ਰੂਪ ਨਵੇਂ ਸਰਵਗਿਆ ਸਿਧਨ ਚੀਨੀ ਲਿਖਤ ਵਿੱਚ ਆਈ ਸਿਧਨ ਲਿਪੀ ਦੇ ਮੁੱਢ ਵਿੱਚ ਵੀ ਦਰਜ ਹੈ। ਗੁਰੂ ਨਾਨਕ ਦੇਵ ਜੀ ਨੇ ਜੋ ਪੱਟੀ ਲਿਖੀ ਉਸ ਵਿੱਚ ਸੱਸਾ ਅੱਖਰ ਸਿਧਨ ਲਿਪੀ ਦਾ ਹੀ ਪਹਿਲੇ ਰੱਖਿਆ ਹੈ। ਓਂਕਾਰ ਨਾਮੀ ਬਾਣੀ ਵਿੱਚ ਅੱਖਰਾਂ ਦਾ ਕਰਮ ਉਹ ਸੱਸਾ ਧੱਦਾ ngੰਗਾ ਕਰਕੇ ਹੈ। ਭਾਵ ਗੁਰੂ ਅਮਰਦਾਸ ਜੀ ਦੀ ਪੱਟੀ ਸਿਧਨ ਗਾਈਏ ਸਿਮਰੇ ਨਾਹੀ ਨਾਲ ਚੱਲਦੀ ਹੈ। ਭਾਵ ਮੰਤਰ ਨੂੰ ਰਟੀ ਜਾਂਦੇ ਹਨ ਪਰ ਪ੍ਰਭੂ ਦਾ ਨਾਮ ਨਹੀਂ ਸਿਮਰਦੇ। ਗੁਰੂ ਅਰਜਨ ਦੇਵ ਜੀ ਦੀ 52 ਅੱਖਰੀ ਵਿੱਚ ਕਰਮ ਊੜਾ ਸੱਸਾ ਧੱਦਾ ngੰਗਾ ਹੈ। ਸੋ ਗੁਰੂ ਸਾਹਿਬਾਨ ਨੇ ਜ਼ਮਾਨੇ ਵਿੱਚ ਜਿਸ ਲਿਪੀ ਦਾ ਵਰਤਾਰਾ ਸੀ ਉਹਨਾਂ ਉਸੇ ਤਰ੍ਹਾਂ ਉਸ ਨੂੰ ਇਹਨਾਂ ਅੱਖਰਾਂ ਬਾਣੀਆਂ ਵਿੱਚ ਦਰਜ ਕਰਕੇ ਇਸ ਕੜੀ ਨੂੰ ਜਿਉਂ ਦੇ ਤਿਉਂ ਰੂਪ ਵਿੱਚ ਦਰਸਾਇਆ ਹੈ। ਜਦੋਂ ਮੁਸਲਮਾਨੀ ਪ੍ਰਭਾਵ ਹੇਠ ਪੰਜਾਬੀ ਬੋਲੀ ਤੇ ਇਹ ਪੰਜਾਬੀ ਦੀ ਲਿਪੀ ਦਬ ਗਈ ਤਾਂ ਦੇਸ਼ ਦਾ ਸਵੈਮਾਨ ਜਗਾਉਣ ਲਈ ਗੁਰੂ ਸਾਹਿਬਾਨ ਨੇ ਇੱਥੋਂ ਦੀ ਲਿਪੀ ਨੂੰ ਫਿਰ ਸੁਰਜੀਤ ਕੀਤਾ। ਇਸੇ ਕਰਕੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖੀ ਲਿਪੀ ਹੈ। ਗੁਰੂ ਦੀ ਬਾਣੀ ਕੰਠ ਕਰ ਕਿਉਂਕਿ ਗੁਰੂ ਜੀ ਨੂੰ ਮੰਨਣ ਵਾਲੇ ਲੋਕ ਗੁਰਮੁਖ ਆਖੇ ਜਾਂਦੇ ਸਨ। ਇਹ ਗੁਰਮੁਖ ਸਿੱਖ ਗੁਰੂ ਜੀ ਦੀ ਬਾਣੀ ਕੰਠ ਕਰਦੇ ਅਤੇ ਥਾਂ ਥਾਂ ਪ੍ਰਚਾਰਦੇ ਸਨ। ਇਸ ਪ੍ਰਚਾਰ ਲਈ ਬਾਣੀ ਲਿਖਣ ਦੀ ਵੀ ਲੋੜ ਸੀ। ਸੋ ਉਹਨਾਂ ਉਸ ਸਮੇਂ ਦੇ ਪੰਜਾਬ ਵਿੱਚ ਪ੍ਰਚਲਿਤ ਲਿਪੀ ਨੂੰ ਇਸ ਕੰਮ ਲਈ ਵਰਤਿਆ ਤੇ ਇਸ ਵਰਤੋਂ ਨੇ ਨਵਾਂ ਗੁਰਮੁਖੀ ਨਾਮ ਵਧੇਰੇ ਮਸ਼ਹੂਰ ਕਰ ਦਿੱਤਾ ਗੁਰਮੁਖਾਂ ਤੋਂ। ਸੋ ਕੋਈ ਸੱਜਣ ਗੁਰੂ ਜੀ ਦੇ ਮੁਖੋਂ ਨਿਕਲੀ ਲਿਪੀ ਅਰਥ ਕਰਦੇ ਹਨ ਉਹ ਠੀਕ ਨਹੀਂ ਬਣਦਾ, ਕਿਉਂਕਿ ਮੂੰਹ ਤੋਂ ਬੋਲੀ ਨਿਕਲਦੀ ਹੈ, ਲਿਪੀ ਨਹੀਂ। ਲਿਪੀ ਲਿਖਦੀ ਹੈ, ਬੋਲਦੀ ਨਹੀਂ। ਜੋ ਆਵਾਜ਼ ਅਸੀਂ ਮੂੰਹ ਤੋਂ ਬੋਲਦੇ ਹਾਂ ਉਸ ਨੂੰ ਧੁਨੀ ਕਿਹਾ ਜਾਂਦਾ ਹੈ। ਇਹ ਬੋਲੀ ਦੀ ਸਭ ਤੋਂ ਛੋਟੀ ਇਕਾਈ ਹੈ। ਇਸ ਧੁਨੀ ਨੂੰ ਲਿਪੀਬੱਧ ਕਰ ਦਿੱਤਾ ਜਾਏ ਤਾਂ ਉਹ ਅੱਖਰ ਬਣ ਜਾਂਦੀ ਹੈ। ਸੋ ਧੁਨੀ ਤੇ ਅੱਖਰ ਵਿੱਚ ਬਹੁਤ ਫਰਕ ਹੈ। ਤਰਤੀਬ ਅਨੁਸਾਰ ਲਿਖੇ ਹੋਏ ਅੱਖਰਾਂ ਨੂੰ ਵਰਣਮਾਲਾ ਵੀ ਕਿਹਾ ਜਾਂਦਾ ਹੈ, ਜਿਵੇਂ ਗੁਰਮੁਖੀ ਲਿਪੀ ਦੀ ਵਰਣਮਾਲਾ ਜਾਂ 35 ਅੱਖਰੀ। ਕਿਸੇ ਬੋਲੀ ਨੂੰ ਸਿੱਖਣ ਲਈ ਬੋਲਣਾ, ਸੁਣਨਾ, ਲਿਖਣਾ ਤੇ ਪੜ੍ਹਨਾ ਇਹ 4 ਕੌਸ਼ਲ ਭਾਵ ਸਕਿੱਲ ਜ਼ਰੂਰੀ ਹਨ। ਸੁਣਨ ਤੇ ਬੋਲਣ ਲਈ ਬੋਲੀ ਤੇ ਲਿਖਣ ਤੇ ਪੜ੍ਹਨ ਲਈ ਲਿਪੀ ਦੀ ਵਰਤੋਂ ਕਰਨੀ ਪੈਂਦੀ ਹੈ। ਸੋ ਬੋਲੀ ਤੇ ਲਿਪੀ 2 ਵੱਖ-ਵੱਖ ਇਕਾਈਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਸਾਹਿਬ ਅਸੀਂ ਬਹੁਤ ਹੀ ਵਿਸਥਾਰ ਸਹਿਤ ਲਿਪੀ ਬਾਰੇ, ਬੋਲੀ ਬਾਰੇ ਗੱਲ ਕੀਤੀ ਹੈ। ਔਰ ਇੱਕ ਗੱਲ ਨੋਟ ਕਰਨ ਵਾਲੀ ਕਿ ਗੁਰੂ ਗ੍ਰੰਥ ਸਾਹਿਬ 'ਚ ਬੋਲੀਆਂ ਤੇ ਕਈ ਨੇ, ਲਿਪੀ ਇੱਕੋ ਹੀ ਹੈ ਗੁਰਮੁਖੀ। ਫਿਰ ਗੁਰਮੁਖੀ ਕਿਉਂ ਕਿਹਾ ਜਾਂਦਾ ਇਹ ਵੀ ਆਪ ਜੀ ਨੇ ਦੱਸਿਆ। ਔਰ ਬੜੀਆਂ ਹੋਰ ਗੱਲਾਂ ਅੱਜ ਸਿੱਖਣ ਨੂੰ ਮਿਲ ਗਈਆਂ ਨੇ। ਔਰ ਸਾਹ ਜੀ ਤੁਹਾਡਾ ਤੇ ਸਾਰਾ ਜਿਹੜਾ ਤੁਸੀਂ ਅੱਜ ਬੋਲਿਆ ਇਹ ਨੋਟ ਕਰਨ ਵਾਲਾ, ਅਸੀਂ ਨੋਟ ਕਰਾਂਗੇ ਤੇ ਅਪਲੋਡ ਤੇ ਹੋ ਹੀ ਜਾਏਗਾ, ਪਰ ਇਹ ਲਿਖ ਕੇ ਰੱਖਣ ਵਾਲੀ ਗੱਲ ਹੈ। ਬਹੁਤ ਸਾਰੀਆਂ ਗੱਲਾਂ ਤੁਹਾਡੇ ਕੋਲ ਸਿੱਖੀਆਂ ਨੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਤੋ ਸੰਗਤ ਜੀ ਲੋ ਸਾਡੇ ਕੋਲ ਸਮਾਂ 5 ਮਿੰਟ ਦਾ ਹੈ ਸਿਰਫ, ਤੇ ਇੱਕ ਜਿਹੜਾ ਅਖੀਰਲਾ ਸਵਾਲ ਹੈ ਮੇਰਾ ਖਿਆਲ ਉਹ ਵੀ ਕਰ ਲਈ। ਤੋ ਉਹ ਮੈਂ ਵੀਰ ਮਨਿੰਦਰਪਾਲ ਸਿੰਘ ਨੂੰ ਬੇਨਤੀ ਕਰਾਂਗਾ ਕਿ ਇੱਕ ਭੈਣ ਜੀ ਨੇ ਪੁੱਛਿਆ ਸੰਗਤ ਵਿੱਚੋਂ ਕਿ ਕੀ ਸ਼ਕਤੀ ਦੀ ਉਪਾਸਨਾ ਕੀਤੀ ਜਾ ਸਕਦੀ ਹੈ। ਭਾਵ ਇਹ ਹੈ ਕਿ ਅਸੀਂ ਬੜੀ ਸਿੱਧੀ ਗੱਲ ਹੈ ਕਿ ਉਪਾਸਨਾ ਕਿਹਦੀ ਕਰਨੀ ਹੈ, ਸ਼ਕਤੀ ਦੀ ਕਰ ਸਕਦੇ ਹਾਂ ਜਾਂ ਨਹੀਂ, ਜਾਂ ਕਿਹਦੀ ਕਰਦੇ ਹਾਂ। ਹਾਂਜੀ ਮਨਿੰਦਰਪਾਲ ਸਿੰਘ ਤੁਸੀਂ ਥੋੜਾ ਕਲੀਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕੀ ਫਤਿਹ। ਸਵਾਲ ਕਹਿੰਦਾ ਹੈ ਕਿ ਸ਼ਕਤੀ ਦੀ ਉਪਾਸਨਾ ਕੀਤੀ ਜਾ ਸਕਦੀ ਹੈ। ਪਹਿਲਾ ਸਵਾਲ ਇਹਦੇ ਵਿੱਚੋਂ ਇਹ ਪੈਦਾ ਹੁੰਦਾ ਹੈ ਕਿ ਉਪਾਸਨਾ ਕਰਨੀ ਕਾਹਦੇ ਵਾਸਤੇ ਹੁੰਦੀ ਹੈ। ਉਹ ਵੱਖ-ਵੱਖ ਸਮਿਆਂ ਦੇ ਵਿੱਚ ਜਦੋਂ ਤੋਂ ਇਨਸਾਨ ਨੇ ਆਪਣੇ ਆਲੇ ਦੁਆਲੇ ਦੇ ਬਾਰੇ ਜਾਣਨਾ ਸ਼ੁਰੂ ਕੀਤਾ, ਆਪਣੇ ਕੁਦਰਤ ਦੇ ਹੋਰ ਕਈ ਚੀਜ਼ਾਂ ਦਾ ਵਰਤਾਰਾ ਦੇਖਿਆ, ਅੱਗ ਦੇਖੀ, ਬਾਰਿਸ਼ ਦੇਖੀ, ਧੁੱਪ ਦੇਖੀ, ਛਾਂ ਦੇਖੀ, ਹੋਰ ਕੁਝ ਵੀ ਚੀਜ਼ਾਂ ਦੇਖੀਆਂ, ਤੇ ਉਹਨੂੰ ਜਿਹੜੀਆਂ ਚੀਜ਼ਾਂ ਆਪਣੇ ਤੋਂ ਤਾਕਤਵਰ ਲੱਗੀਆਂ ਉਹ ਉਹਨਾਂ ਤੋਂ ਆਪਣੇ ਬਚਾਅ ਦੇ ਵਾਸਤੇ ਉਹਨਾਂ ਦੇ ਅੱਗੇ ਨਤਮਸਤਕ ਹੁੰਦਾ ਰਿਹਾ, ਉਹਨਾਂ ਦੀ ਪੂਜਾ ਵਗੈਰਾ ਵੀ ਕਰਦਾ ਰਿਹਾ। ਇਹਨਾਂ ਹੀ ਬਿਰਤੀਆਂ ਵਿੱਚੋਂ ਬਹੁਦੇਵ ਪੂਜਾ, ਵੱਖ-ਵੱਖ ਤਰ੍ਹਾਂ ਦੇ ਦੇਵਤੇ ਹੋਂਦ ਵਿੱਚ ਆਏ। ਉਹ ਸਮੇਂ ਦੇ ਨਾਲ ਤਰੱਕੀ ਹੁੰਦੀ ਗਈ, ਮਨੁੱਖ ਦੀ ਸੋਚ ਵਿੱਚ, ਬੁੱਧੀ ਦੇ ਵਿੱਚ ਵਿਕਾਸ ਹੁੰਦਾ ਗਿਆ।
ਤੇ ਸਿਆਣੇ ਬੰਦਿਆਂ ਨੂੰ ਇਹ ਰਿਅਲਾਈਜ਼ ਹੋ ਗਿਆ ਕਿ ਸਾਰੇ ਜਗਤ ਨੂੰ ਚਲਾਉਣ ਵਾਲੀ ਕੋਈ ਇੰਨੀਆਂ ਸੈਂਕੜੇ ਹਜ਼ਾਰਾਂ ਸ਼ਕਤੀਆਂ ਨਹੀਂ ਹਨ। ਕੇਵਲ ਇੱਕ ਫੋਰਸ, ਇੱਕ ਸ਼ਕਤੀ, ਇੱਕ ਪਾਵਰ ਐਸੀ ਹੈ ਜੋ ਸਾਰੇ ਸਮਾਜ ਨੂੰ, ਸਾਰੀ ਦੁਨੀਆ ਨੂੰ ਕੰਟਰੋਲ ਕਰਦੀ ਹੈ, ਜੋ ਇਸ ਸ੍ਰਿਸ਼ਟੀ ਦੀ ਹੋਂਦ ਵਾਸਤੇ ਜਿਹਦੇ ਕਰਕੇ ਇਹ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਗੁਰਮਤ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਆਪਣੇ ਮਤ ਦਾ ਪ੍ਰਚਾਰ ਕੀਤਾ ਤਾਂ ਉਹਨਾਂ ਨੇ ਇੱਕ ਅਕਾਲ ਪੁਰਖ ਦੀ ਗੱਲ ਹੀ ਜਿਹੜੀ ਹੈ ਉੱਥੋਂ ਹੀ ਗੱਲ ਆਪਣੀ ਆਰੰਭ ਕੀਤੀ। ਇਸੇ ਕਰਕੇ ਹੀ ਮੂਲ ਮੰਤਰ ਦੀ ਆਰੰਭਤਾ ਇੱਕ ਲਫ਼ਜ਼ ਤੋਂ, ਇੱਕ ਓੰਕਾਰ ਤੋਂ ਹੁੰਦੀ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਬਾਰ-ਬਾਰ ਇਹ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦਾ ਭਾਵੇਂ ਸੰਖੇਪ ਜਾਂ ਪੂਰਨ ਰੂਪ ਵਿੱਚ ਜੋ ਮੂਲ ਮੰਤਰ ਹੈ ਉਹ ਦ੍ਰਿੜ ਕਰਵਾਇਆ ਜਾਂਦਾ ਹੈ, ਜਿਹਦੀ ਸਭ ਤੋਂ ਮੁੱਢਲੀ ਗੱਲ ਹੁੰਦੀ ਹੈ ਕਿ ਅਕਾਲ ਪੁਰਖ ਇੱਕ ਹੈ। ਉਹ ਇੱਕ ਅਕਾਲ ਪੁਰਖ ਨੂੰ ਦੀ ਪੂਜਾ ਇਹੀ ਗੁਰਮਤ ਦਾ ਸਿਧਾਂਤ ਹੈ। ਤਾਂ ਜਿਹੜੇ ਲੋਕੀ ਗੁਰਮਤ ਦੇ ਧਾਰਨੀ ਨਹੀਂ ਹਨ, ਜਿਨ੍ਹਾਂ ਦੇ ਆਪੋ ਆਪਣੇ ਵੱਖੋ ਵੱਖਰੇ ਮਤ ਹਨ, ਉਹ ਕਈ ਤਰ੍ਹਾਂ ਦੀਆਂ ਸ਼ਕਤੀਆਂ ਦੀਆਂ ਪੂਜਾ ਕਰਦੇ ਹਨ। ਆਮ ਤੌਰ ਦੇ ਉੱਤੇ ਸਨਾਤਨ ਮਤ ਦੇ ਵਿੱਚ ਜਿਹੜੇ ਲੋਕੀ ਦੇਵੀਆਂ ਦੀ ਪੂਜਾ ਕਰਦੇ ਹਨ, ਖਾਸ ਤੌਰ ਤੇ ਦੁਰਗਾ ਦੇਵੀ ਜਾਂ ਉਹਦੇ ਹੋਰ ਅਨੇਕਾਂ ਜਿਹੜੇ ਰੂਪ ਹਨ, ਉਹ ਲੋਕੀ ਸ਼ਕਤੀ ਦੇ ਪੁਜਾਰੀ ਆਖੇ ਜਾਂਦੇ ਹਨ। ਸੰਸਕ੍ਰਿਤ ਬੋਲੀ ਦੇ ਵਿੱਚ ਸ਼ਕਤੀ ਦੇ ਉਪਾਸ਼ਕ ਨੂੰ ਸਾਕਤ ਦੇ ਨਾਮ ਦੇ ਨਾਲ ਬਿਆਨ ਕੀਤਾ ਜਾਂਦਾ ਹੈ ਤੇ ਗੁਰਬਾਣੀ ਦੇ ਵਿੱਚ ਵੀ ਸਾਕਤ ਲਫ਼ਜ਼ ਅਨੇਕਾਂ ਵਾਰੀ ਵਰਤੋਂ ਵਿੱਚ ਆਇਆ ਹੈ, ਜਿਹਦਾ ਭਾਵ ਹੁੰਦਾ ਹੈ ਕਿ ਮਾਇਆ ਜਾਂ ਦੁਰਗਾ ਦਾ ਉਪਾਸ਼ਕ। ਪਰ ਲੇਕਿਨ ਗੁਰਬਾਣੀ ਦੇ ਅੰਦਰ ਇਹ ਇਸ ਤਰ੍ਹਾਂ ਦੀ ਬਿਰਤੀ ਰੱਖਣੀ, ਇਸ ਤਰ੍ਹਾਂ ਦੀ ਸੋਚ ਰੱਖਣੀ ਪੂਰਨ ਤੌਰ ਦੇ ਉੱਤੇ ਜੋ ਹੈ ਮਨਾ ਕੀਤੀ ਗਈ ਹੈ। ਔਰ ਸਾਕਤਾਂ ਤੋਂ ਤਾਂ ਮਤਲਬ ਬਚ ਕੇ ਰਹਿਣ ਦੀ ਗੱਲ ਬਾਰ-ਬਾਰ ਗੁਰਬਾਣੀ ਦੇ ਵਿੱਚ ਮਿਲਦੀ ਹੈ। ਅਨੇਕਾਂ ਪ੍ਰਮਾਣ ਹਨ ਜਿਨ੍ਹਾਂ ਦੇ ਅੰਦਰ ਸਾਕਤ ਤੋਂ ਬਚ ਕੇ ਰਹਿਣ ਦੀ ਗੱਲ ਕੀਤੀ ਗਈ ਹੈ। ਜਿਵੇਂ ਕਬੀਰ ਜੀ ਦਾ ਵੀ ਸ਼ਲੋਕ ਹੀ ਕਹਿੰਦਾ ਹੈ ਕਿ ਸਾਕਤ ਸੰਗ ਨਾ ਕੀਚਈ, ਦੂਰੋਂ ਜਾਈਏ ਭਾਗ। ਤੇ ਜਾਂ ਗੁਰੂ ਅਰਜਨ ਪਾਤਸ਼ਾਹ ਵੀ ਕਹਿੰਦੇ ਹਨ ਕਿ ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਵਿਪਰੀਤ। ਇੱਕ ਹੋਰ ਜਗ੍ਹਾ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਨ ਕਿ ਹਰ ਕੇ ਦਾਸ ਸਿਓ ਸਾਕਤ ਨਹੀਂ ਸੰਗ, ਉਹ ਵਿਖਈ ਉਸ ਰਾਮ ਕੋ ਰੰਗ। ਵੀ ਇਹਨਾਂ ਦੋਨਾਂ ਦੀ ਤਾਂ ਆਪਸ ਵਿੱਚ ਕੋਈ ਗੱਲ ਰਲਦੀ ਹੋਈ ਨਹੀਂ, ਜੋੜ ਹੀ ਨਹੀਂ ਇਹਨਾਂ ਦਾ ਆਪਸ ਵਿੱਚ। ਤੇ ਜਿਹੜਾ ਹਰੀ ਦਾ ਦਾਸ ਹੈ, ਪ੍ਰਭੂ ਦਾ ਭਗਤ ਹੈ, ਉਹਦੇ ਮਨ ਵਿੱਚ ਤਾਂ ਰਾਮ ਜੋ ਸਰਵ ਵਿਆਪਕ ਰਾਮ ਹੈ ਰਮਿਆ ਹੋਇਆ, ਉਹਦੇ ਵਾਸਤੇ ਪਿਆਰ ਹੈ। ਪਰ ਜਿਹੜਾ ਸ਼ਕਤੀ ਦਾ ਪੁਜਾਰੀ ਹੈ ਉਹ ਤਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਖਚਤ ਰਹਿਣ ਵਾਲਾ ਹੈ, ਕਿਉਂਕਿ ਉਹਦੇ ਮਨ ਵਿੱਚ ਤਾਂ ਇਹ ਹੁੰਦਾ ਹੈ ਕਿ ਮੈਂ ਜੋ ਕੁਝ ਪ੍ਰਿਸਕ੍ਰਾਈਬਡ ਰੀਤਾਂ ਦੇ ਅਨੁਸਾਰ ਦੇਵੀ ਦੀ ਪੂਜਾ ਕਰ ਲਵਾਂਗਾ, ਉਸ ਤੋਂ ਬਾਅਦ ਮੈਂ ਜੋ ਮਰਜ਼ੀ ਕਰਾਂ, ਜਿਹੜੇ ਮਰਜ਼ੀ ਕੁਕਰਮ ਕਰਾਂ, ਜਿਹੜੇ ਮਰਜ਼ੀ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਰਵਾਂ, ਮੇਰੀ ਜੋ ਹੈ ਪਾਰ ਉਤਾਰਾ, ਮੇਰੀ ਮੁਕਤੀ ਉਹ ਦੇਵੀ ਕਰ ਦੇਗੀ। ਪਰ ਇਹ ਸੋਚ ਗੁਰਮਤ ਦੀ ਸੋਚ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਉਹ ਇਸੇ ਕਰਕੇ ਹੈ ਗੁਰੂ ਅਰਜਨ ਪਾਤਸ਼ਾਹ ਨੇ ਸੋਰਠ ਰਾਗ ਦੇ ਅੰਦਰ ਬੜਾ ਸਪਸ਼ਟ ਫਰਮਾਨ ਕਰਦਾ, ਪੰਨਾ 641 ਦੇ ਉੱਪਰ, ਸਾਕਤ ਸੰਗ ਨਾ ਕੀਜੇ ਹੀ ਪਿਆਰੇ, ਜੇ ਕਾ ਪਾਰ ਵਸਾਏ। ਜਿੱਦ ਤੱਕ ਤੁਹਾਡੀ ਤਾਕਤ ਹੈ, ਜਿੰਨੀ ਤੁਹਾਡੀ ਸਮਰੱਥਾ, ਤੁਸੀਂ ਕਿਸੇ ਹਾਲਤ ਵਿੱਚ ਵੀ ਸਾਕਤ ਦਾ ਸੰਗ ਨਹੀਂ ਕਰਨਾ। ਉਹ ਸਾਕਤਾਂ ਦੇ ਬਾਰੇ ਅਨੇਕਾਂ ਪ੍ਰਮਾਣ ਹਨ, ਉਹ ਇਹ ਜਿਨ੍ਹਾਂ ਤੋਂ ਹਰ ਜਗ੍ਹਾ ਇਹ ਸਾਨੂੰ ਸੇਧ ਮਿਲਦੀ ਹੈ ਕਿ ਇਹਨਾਂ ਦੀ ਸੰਗਤ ਨਹੀਂ ਕਰਨੀ, ਇਹਨਾਂ ਦੇ ਰਾਹ ਤੇ ਨਹੀਂ ਤੁਰਨਾ। ਸਾਕਤ ਸਿਓ ਮਨ ਮੇਲ ਨਾ ਕਰਿਓ, ਜਿਨ ਹਰ ਹਰ ਨਾਮ ਵਿਸਾਰੇ। ਸਾਕਤ ਬਚਨ ਬਿਛੁਆ ਜੋ ਡਸੀਐ, ਤਜ ਸਾਕਤ ਪਰੇ ਪਰਾਰੇ। तो इतनी स्पष्ट हिदायत ਹੁੰਦਿਆਂ ਹੋਇਆਂ ਜਿਹੜਾ ਕੰਮ ਕਰਨ ਤੋਂ ਗੁਰੂ ਸਾਹਿਬ ਬਾਰ-ਬਾਰ ਸਾਨੂੰ ਹਟਕਦੇ ਹਨ, ਮੋੜਦੇ ਹਨ, ਤਾਂ ਫਿਰ ਜੇ ਉਹਦੇ ਬਾਰੇ ਵੀ ਸਵਾਲ ਆਵੇ ਕਿ ਕੀ ਸ਼ਕਤੀ ਦੀ ਉਪਾਸਨਾ ਕੀਤੀ ਜਾ ਸਕਦੀ ਹੈ, ਕੀ ਸਾਕਤ ਵਰਗੀ ਜ਼ਿੰਦਗੀ ਜੀਵੀ ਜਾਣੀ ਚਾਹੀਦੀ ਹੈ, ਤਾਂ ਉਹਦਾ ਤਾਂ ਬੜਾ ਸਪਸ਼ਟ ਜਵਾਬ ਹੈ ਕਿ ਨਾ, ਤੇ ਬਿਲਕੁਲ ਨਹੀਂ ਕਰਨੀ ਚਾਹੀਦੀ। ਜਿਹੜੇ ਗੁਰਮਤ ਦੇ ਧਾਰਨੀ ਹਨ, ਜਿਹੜੇ ਗੁਰਸਿੱਖੀ ਜੀਵਨ ਜਿਉਣਾ ਚਾਹੁੰਦੇ ਹਨ, ਉਹ ਕਿਸੇ ਦੇਵੀ ਦੀ, ਕਿਸੇ ਸ਼ਕਤੀ ਦੀ ਉਪਾਸਨਾ ਨਹੀਂ ਕਰਨੇ, ਨਾ ਕਰਨੀ ਚਾਹੀਦੀ ਹੈ। ਹਾਂ, ਜੇ ਗੁਰਮਤ ਦੇ ਧਾਰਨੀ ਨਹੀਂ ਹਨ, ਕਿਸੇ ਹੋਰ ਮਤ ਦੇ ਧਾਰਨੀ ਹਨ, ਫਿਰ ਉਹਨਾਂ ਦੇ ਮਨ ਵਿੱਚ ਜੋ ਆਵੇ ਉਹ ਆਪਣੀ ਭਲੀ ਆਪ ਨਿਬੇੜਨ, ਉਹਦੇ ਬਾਰੇ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ। ਪਰ ਜਿੱਦ ਤੱਕ ਸਿੱਖ ਮਤ ਗੁਰਮਤ ਦੇ ਧਾਰਨੀ ਵਾਸਤੇ ਜੋ ਸਵਾਲ ਹੈ, ਤਾਂ ਸ਼ਕਤੀ ਦੀ ਉਪਾਸਨਾ ਬਿਲਕੁਲ ਨਹੀਂ ਕੀਤੀ ਜਾ ਸਕਦੀ। ਇਤਨੀ ਬੇਨਤੀ ਪ੍ਰਵਾਨ ਕਰਨੀ ਜੀ, ਹੋਇਆ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।
संगत जी, अज भी बेशुमार ऐसे मनुख ने ਜਿਹੜੇ ਕਿਤੋਂ ਕਿਸ ਚੀਜ਼ ਤੋਂ ਲਾਭ ਹੁੰਦਾ ਹੈ ਉਹਦੀ ਉਪਾਸਨਾ ਕਰਦੇ ਨੇ, ਜੇ ਤੋਂ ਡਰ ਲੱਗਦਾ ਹੈ ਉਹਦੀ ਉਪਾਸਨਾ ਕਰਦੇ ਨੇ, ਜਾਂ ਜਿਹੜੀ ਸਮਝ ਤੋਂ ਪਰੇ ਹੈ ਉਹਦੀ ਉਪਾਸਨਾ ਕਰਦੇ ਨੇ। ਜਿਵੇਂ ਵੀਰ ਜੀ ਨੇ ਕਿਹਾ ਕਿ ਆਮਤੀ ਜਾਂ ਦੂਸਰੇ ਕਰਦੇ ਨੇ ਤੇ ਕਰੀ ਜਾਣ, ਪਰ ਅੱਜ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਆਪਣੇ ਵੀਰ ਭੈਣਾਂ ਗੁਰੂ ਗ੍ਰੰਥ ਸਾਹਿਬ ਜੀ ਮੰਨਣ ਵਾਲੇ ਵੀ ਇਹਨਾਂ ਉਪਾਸਨਾ ਦੇ ਵਿੱਚ ਪਏ ਨੇ। ਔਰ ਇੱਕ ਗੱਲ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਖਾਸ ਕਰਕੇ ਜਿਹੜੇ ਅੱਜ ਦਾ ਯੂਥ ਹੈ ਉਹਨਾਂ ਨੂੰ ਹੋਰ ਗ੍ਰੰਥਾਂ ਦੇ ਰੈਫਰੈਂਸ ਦੇ ਕੇ ਗੁਰਬਾਣੀ ਤੋਂ, ਸ਼ਬਦ ਗੁਰੂ ਤੋਂ ਇਲਾਵਾ ਹੋਰਨਾਂ ਮਤਲਬ ਆ ਵੀ ਚੀਜ਼ਾਂ ਦੀ ਉਪਾਸਨਾ ਜਾਂ ਪੂਜਾ ਕਰਨ ਤੇ ਲਾਉਣ ਤੇ ਸ਼ੁਰੂ ਹੋ ਗਿਆ। ਇਹ ਮੈਂ ਯੰਗ ਬਲੱਡ ਦੀ ਕਰਦਾ ਵੀ ਗੱਲ, ਇਸ ਕਰਕੇ ਜ਼ਿਆਦਾ ਫਿਕਰ ਹੈ ਕਿ ਸਾਨੂੰ ਸੁਚੇਤ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਲਾਈਟ ਹਾਊਸ ਨੇ ਤੇ ਅਸੀਂ ਉਹਨੂੰ ਛੱਡ ਕੇ ਕਿਤੇ ਹੋਰ ਜਾਈਏ। ਉਹ ਕਵੀ ਕਰਦੇ ਹੁੰਦੇ ਨੇ ਗੁਰੂ ਗ੍ਰੰਥ ਜਿਹੜਾ ਪੂਰੀ ਕਰਨਗੇ ਵੀਰ ਰਣਜੀਤ ਸਿੰਘ ਜੀ। ਗ੍ਰੰਥ ਜੀ ਦਾ ਗੁਰੂ ਕਿਹੜਾ ਹੈ? ਸੋ ਇਹ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸੱਜੇ ਖੱਬੇ ਜਾਣਾ ਇਹ ਮੈਂ ਖਿਮਾ ਕਰਨਾ ਮਤਲਬ ਕੋਈ ਚੰਗੀ ਗੱਲ ਨਹੀਂ ਹੈ। ਤੋ ਇਸ ਪਰ ਸਾਨੂੰ ਖਿਆਲ ਰੱਖਣ ਦੀ ਲੋੜ ਹੈ। ਉਹਦਾ ਕਾਰਨ ਇਹ ਹੈ ਕਿ ਬਹੁਤ ਸਾਰੀਆਂ ਕੀਤੀਆਂ ਪ੍ਰਭਾਵ ਸਾਡੇ ਪਤਾ ਨਹੀਂ ਕੋਈ ਪਾ ਰਿਹਾ ਨੇ, ਪਰ ਤੁਸੀਂ ਵੀ ਦੇਖੋਗੇ ਕਿ ਇਹ ਬੜਾ ਹੀ ਇਸ ਵੇਲੇ ਸੀਰੀਅਸ ਮਸਲਾ ਹੈ, ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ। ਸੋ ਸੰਗਤ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲ ਵੀਰ ਪ੍ਰਭ ਕੀਰਤਨ ਸਿੰਘ ਨੇ ਕੀਤੀ ਹੈ ਜਾਂ ਹੋਰ ਵੀ ਆਈਆਂ ਨੇ, ਉਹ ਤੋਂ ਬੜਾ ਸਪਸ਼ਟ ਹੈ ਕਿ ਹਰ ਸਿੱਖ ਜਿਹੜਾ ਪ੍ਰਚਾਰਕ ਹੈ ਔਰ ਸਾਨੂੰ ਆਪਣੀ ਡਿਊਟੀ ਸਮਝਣੀ ਪਵੇਗੀ। ਨਹੀਂ ਤੇ ਜਿਸ ਵੇਲੇ ਸਿੰਘ ਸਭਾ ਲਹਿਰ ਸ਼ੁਰੂ ਹੋਈ ਸੀ ਨਾ ਜੀ, ਬਹੁਤ ਸਾਰੀਆਂ ਕੁਰੀਤੀਆਂ ਆ ਗਈਆਂ। ਮੈਂ ਸੱਚੇ ਦਿਲ ਨਾਲ ਇਹ ਕਹਿਣਾ ਕਿ ਮੈਨੂੰ ਤੇ ਇੰਝ ਲੱਗਦਾ ਹੈ ਕਿ ਉਸ ਨਾਲੋਂ ਵੀ ਜ਼ਿਆਦਾ ਅੱਜ ਕੁਰੀਤੀਆਂ ਆ ਗਈਆਂ। ਤੋ ਇਹਨਾਂ ਨੂੰ ਸਾਫ਼ ਕਰਨ ਦੀ ਲੋੜ ਹੈ। ਜਿਹੜਾ ਇੱਕ ਬੰਦਾ ਜਾਂ ਇੱਕ ਸੰਸਥਾ ਨਹੀਂ ਕਰ ਸਕੇਗਾ, ਸਾਰੀ ਸਿੱਖ ਸੰਗਤ ਦਾ ਫਰਜ਼ ਬਣਦਾ। ਆਓ ਅਸੀਂ ਆਪਣਾ ਫਰਜ਼ ਪਹਿਚਾਣੀਏ। ਜਿਵੇਂ ਇਤਿਹਾਸ ਦੀ ਖੋਜ ਦੀ ਗੱਲ ਹੋਈ ਹੈ, ਸ਼ਕਤੀ ਦੀ ਉਪਾਸਨਾ ਦੀ ਗੱਲ ਹੋਈ ਹੈ, ਇਹ ਸਾਰੀਆਂ ਗੱਲਾਂ ਸਾਡਾ ਧਿਆਨ ਮੰਗਦੀਆਂ ਨੇ ਔਰ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਇਸ ਪਾਸੇ ਲੱਕ ਬੰਨ੍ਹ ਕੇ ਲੱਗਣਾ ਪੈਣਾ। ਉਹ ਜਿਵੇਂ ਕਬੀਰ ਸਾਹਿਬ ਕਹਿੰਦੇ, ਦੇਖੋ ਭਾਈ ਗਿਆਨ ਕੀ ਹੈ ਆਂਧੀ, ਸਭ ਉਡਾਨੀ ਭਰਮ ਕੀ ਟਾਟੀ, ਇਹ ਨਾ ਮਾਇਆ ਬੰਦੀ। ਸਾਨੂੰ ਤੇ ਹੁਣ ਇੱਕ ਪ੍ਰਚਾਰ ਦੀ ਹਨੇਰੀ ਲਿਆਉਣ ਦੀ ਲੋੜ ਹੈ, ਤਾਂ ਕੁਝ ਹਿੱਸੇ ਆਏਗਾ, ਕੁਝ ਹੱਥ ਬਚੇਗਾ, ਨਹੀਂ ਤੇ ਆਪਾਂ ਹੱਥ ਮਲਦੇ ਰਹੇਗਾ। ਇਹ ਮੇਰੇ ਦਿਲ ਦਾ ਤੌਖਲਾ ਹੈ, ਇਹ ਤੁਸੀਂ ਸਾਂਝਾ ਕਰਨਾ। ਤੁਸੀਂ ਦੇਖੋ ਗਲਤ ਹੈ, ਠੀਕ ਹੈ, ਮੈਨੂੰ ਜੋ ਲੱਗਿਆ ਮੈਂ ਤੁਹਾਡੇ ਸਾਹਮਣੇ ਐਕਸਪਲੇਨ ਕਰਤਾ। ਸੰਗਤ ਜੀ, ਅੱਜ ਜਿਹੜੇ 7 ਸਵਾਲ ਨਿਭਾਏ ਨੇ ਤੇ ਪੈਨਲ ਮੈਂਬਰਸ ਨੇ, ਉਹਨਾਂ 'ਚ ਬਹੁਤ ਸਾਰੀਆਂ ਤਰੁੱਟੀਆਂ ਵੀ ਰਹਿ ਗਈਆਂ ਹੋਣਗੀਆਂ ਔਰ ਕਈ ਗੱਲਾਂ ਠੀਕ ਵੀ ਹੋਣਗੀਆਂ, ਤੇ ਆਪ ਜੀ ਉਹਦੇ ਬਾਰੇ ਆਪਣੇ ਕਮੈਂਟਸ ਦੇਣਾ। ਔਰ ਫਿਰ ਬੇਨਤੀ ਕਰਦੇ ਹਾਂ ਕਿ ਨਾਲੋਂ ਨਾਲ ਸਭ ਕੁਝ ਅਪਲੋਡ ਹੋ ਜਾਂਦਾ ਐਵਰੀਡੇ, ਹਰ ਰੋਜ਼, ਤੇ ਕਿਰਪਾ ਕਰਕੇ ਅੱਗੇ ਭੇਜੀ ਜਾਇਆ ਕਰੋ, ਲਾਈਕ ਕਰੋ, ਫਾਰਵਰਡ ਕਰੋ। ਇਹਦੇ 'ਚ ਬੜਾ ਸਾਨੂੰ ਮਤਲਬ ਵੀ ਲਾਭ ਹੋਏਗਾ। ਤੋ ਹੋਈਆਂ ਬਹੁਤ ਸਾਰੀਆਂ ਭੁੱਲਾਂ ਦੀ ਮੈਂ ਆਪਣੇ ਔਰ ਪੈਨਲ ਦੀ ਵੀ ਆਪਤੇ ਆਪਸ ਵਿੱਚ ਖਿਮਾ ਮੰਗਦਾ ਹੋਇਆ ਅਗਲੇ ਸੋਮਵਾਰ ਤੱਕ ਆਗਿਆ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।